एक उदाहरण सी साडे रंगले पंजाब की निशानी सीगी। पर हुण ये सिर्फ बुत इस करके है क्योंकि साडा पंजाब जिहड़ा मेलिਆਂ ਦੀ ਧਰਤੀ ਹੁੰਦਾ ਸੀ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ और ਉਹਨਾਂ ਦੀ याद ਦੇ ਵਿੱਚ ਜਿਹੜੇ ਪੁਰਬ ਮਨਾਏ ਜਾਂਦੇ ਸੀਗੇ, ਅੱਜ ਉਹ ਚੀਜ਼ਾਂ ਵੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ। ਪਰ ਜੇਕਰ ਮਿਲਦਾ ਹੈ ਤਾਂ ਉਹ ਧਰਨੇ ਪ੍ਰਦਰਸ਼ਨ। ਜੋ ਸਾਨੂੰ ਅਫਸੋਸ ਇਸ ਗੱਲ ਦਾ ਹੈ, ਅੱਜ ਅਸੀਂ ਸੀਐਮ ਸਾਹਿਬ ਕੋਲ ਇਹ ਗੱਲਾਂ ਸਾਰੀਆਂ ਸਪਸ਼ਟ ਕਹਿ ਕੇ ਵੀ ਆਏ ਹਾਂ ਵੀ ਜਦੋਂ ਐਡੀ ਵੱਡੀ ਮਹਾਮਾਰੀ ਆਏ ਆ ਤਾਂ ਉਹ ਤੋਂ ਲਗਭਗ 1 ਮਹੀਨਾ ਪਹਿਲਾਂ ਸਾਹਿਬ ਬਲਵੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲੈਟਰ ਲਿਖਿਆ ਵੀ ਰਾਜਸਥਾਨ ਦੇ ਵਿੱਚ ਇਹ ਬਿਮਾਰੀ ਆਈ ਹੈ, ਤੁਹਾਨੂੰ ਪ੍ਰੀਕਾਸ਼ਨ ਲੈਣੇ ਚਾਹੀਦੇ ਆ, ਡਾਕਟਰੀ ਟੀਮਾਂ ਜਾਂ ਹੋਰ ਸਾਰਾ ਬੰਦੋਬਸਤ ਹੈ, ਸਾਜੋ ਸਮਾਜ ਆ ਉਹਨੂੰ ਤਿਆਰ ਕਰਨਾ ਚਾਹੀਦਾ। ਪਤਾ ਨਹੀਂ ਕਿੱਥੇ ਅਣਗਹਿਲੀ ਹੋਈ ਆ, ਉਹਨੂੰ ਕੋਈ ਗੰਭੀਰਤਾ ਨਾਲ ਨਹੀਂ ਲਿਆ ਗਿਆ। ਬਿਮਾਰੀ ਦੇ ਲਈ ਇੰਨਾ ਵੇਸਲਾਪਣ ਕਿਉਂ ਦਿਖਾਇਆ ਗਿਆ ਸਰਕਾਰ ਦੇ ਵੱਲੋਂ, ਜਾਂ ਕੇਂਦਰ ਦੀ ਸਰਕਾਰ ਵੀ, ਜਾਂ ਇਹ ਪੰਜਾਬ ਦੇ ਵੱਲ ਗੌਰ ਕਿਉਂ ਨਹੀਂ ਕੀਤੀ ਗਈ ਜੀ ਕਿਸਾਨਾਂ ਦੇ ਵੱਲ? ਅਸੀਂ ਮਰੇ ਦੇ ਪੈਸੇ ਨਹੀਂ ਲੈਣੇ, ਅਸੀਂ ਆਪਣਾ ਹੱਕ ਲੈਣਾ ਹੈ। ਸੀਐਮ ਸਾਹਿਬ ਨੇ ਕਿਹਾ ਵੀ ਮੈਂ ਇਮੀਡੀਏਟ ਸੈਂਟਰ ਨਾਲ ਗੱਲ ਕਰਕੇ ਇਹਨੂੰ ਜਿਹੜੀ ਹੈਗੀ ਆ ਆਫਤ ਡਿਕਲੇਅਰ ਕਰਕੇ ਅਸੀਂ ਕੰਪਨਸੇਟ ਕਰਾਂਗੇ। ਹਾਂ ਇਹ ਵੀ ਹੈ ਜੇ ਉਹ ਨਹੀਂ ਕਰਨਗੇ ਤਾਂ ਅਸੀਂ ਕੋਈ ਹਥਿਆਰ ਨਹੀਂ ਸਿੱਟਦੇ। ਉਹਨਾਂ ਨੇ ਇੱਕ ਸੀਐਮ ਦਾ ਵਾਅਦਾ ਬਹੁਤ ਵੱਡਾ ਵਾਅਦਾ ਹੁੰਦਾ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ, ਉਹਨੇ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਿਆ, ਸਾਡੇ ਸਹਿਮਤੀ ਪ੍ਰਗਟ ਕਰਦੇ ਰਹੇ। ਅਸੀਂ 8 ਕਰੋੜ ਰੁਪਏ ਦਾ ਦੁੱਧ ਰੋਜ਼ ਵੇਰਕਾ ਨੂੰ ਵੇਚਦੇ ਆ। 8 ਕਰੋੜ ਦਾ, ਮਹੀਨੇ ਦਾ 240 ਕਰੋੜ ਦਾ ਹੋ ਗਿਆ, ਸਾਲ ਦਾ ਘੱਟੋ ਘੱਟ 3800 3000 ਕਰੋੜ ਦਾ ਹੋ ਗਿਆ। ਜੇ ਅਮੂਲ ਦੀ ਮੋਨੋਪੋਲੀ ਹੋ ਜਾਂਦੀ ਹੈ ਤਾਂ ਮੁੜ ਕੇ ਫਿਰ ਉਹ ਇਹ ਅਦਾਰੇ ਫੇਲ ਹੋ ਜਾਂਦੇ। ਜੇ ਅਮੂਲ ਅੱਜ ਸਾਨੂੰ ਰੇਟ ਵੱਧ ਦੇ ਦੂਗਾ ਤਾਂ ਮੁੜ ਕੇ ਜੀ ਫਿਰ ਉਹ ਤਾਂ ਸਾਨੂੰ ਸਾਰੀ ਉਮਰ ਲੁੱਟੂਗਾ, ਜਾਂ ਉਹਦਾ ਕੋਈ ਕੰਪੀਟੀਟਰ ਨਹੀਂ ਰਹੂਗਾ। ਹਰਿਆਣਾ 5 ਰੁਪਏ ਪ੍ਰਤੀ ਲੀਟਰ ਦੇ ਰਹੀ ਹੈ, ਉੱਤਰਾਖੰਡ 3 ਰੁਪਏ ਦੇ ਰਿਹਾ, ਕਰਨਾਟਕਾ 5 ਰੁਪਏ ਦੇ ਰਿਹਾ, ਕੇਰਲਾ 5 ਰੁਪਏ ਦੇ ਰਿਹਾ, ਤੇਲੰਗਾਨਾ 4 ਰੁਪਏ ਦੇ, ਰਾਜਸਥਾਨ 5 ਰੁਪਏ ਦੇ ਰਿਹਾ ਐਡੀਸ਼ਨ। ਜੇ ਉਹ ਸਰਕਾਰਾਂ ਦੇ ਸਕਦੀਆਂ ਤਾਂ ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ? ਇੱਕ ਛੋਟਾ ਜ਼ਿਮੀਂਦਾਰ ਸੀਗਾ, ਉਹਨੇ ਬਾਹਰ ਜਾਣ ਦਾ ਵਿਚਾਰ ਛੱਡ ਕੇ 20 ਗਾਵਾਂ ਤੇ ਕੰਮ ਸ਼ੁਰੂ ਕਰ ਲਿਆ। ਕਿੰਨੇ 9 ਮਰ ਗਿਆ ਜੀ। ਉਸ ਬੰਦੇ ਦੀਆਂ 9 ਗਾਵਾਂ ਮਰ ਗਈਆਂ। 9 ਗਾਵਾਂ, ਤੁਸੀਂ ਦੱਸੋ ਉਹ ਬੰਦੇ ਦਾ ਅੱਜ ਘਰ ਕੀ ਹਾਲ? ਤੇ ਪਿਛਲੀ ਸਰਕਾਰ ਵਾਂਗੂ, ਮਨਪ੍ਰੀਤ ਜੀ ਵਾਂਗੂ ਵਿੱਤ ਮੰਤਰੀ ਸਾਹਿਬ ਕਹਿ ਦੇਣ ਵੀ ਖਜ਼ਾਨਾ ਖਾਲੀ ਹੈ। ਕੋਈ ਨਹੀਂ ਜੀ, ਫਿਰ ਜੇ ਉਹ ਇੱਕ ਖਜ਼ਾਨਾ ਖਾਲੀ ਕਹਿੰਦੇ ਫਿਰ ਤੁਸੀਂ ਵੀ ਇੱਥੇ ਆ, ਸਾਡੇ ਕੋਲ ਤੱਪੜ ਫੇਰ ਹੈਗੇ ਆ ਜੇ ਅਸੀਂ ਫੇਰ ਆ ਕੇ ਬੈਠਾ। ਗੱਲ ਤੁਸੀਂ ਵਿੱਚ ਨਕਲੀ ਦੁੱਧ ਦੀ ਕੀਤੀ ਹੈ, ਨਕਲੀ ਜਿਹੜੇ ਬਣਦੇ ਆ ਪ੍ਰੋਡਕਟ ਦੁੱਧ ਤੋਂ, ਇਹ ਰੋਕੇ ਕਿਵੇਂ ਜਾਣ? ਕਿਉਂਕਿ ਖਪਤਕਾਰ ਵੱਧ ਨੇ ਜੀ, ਉਤਪਾਦਨ ਘੱਟ ਹੈ, ਫਿਰ ਇਹਨੂੰ ਰੋਕਿਆ ਕਿਵੇਂ ਜਾਊਗਾ? ਪੂਰਤੀ ਕਿਵੇਂ ਹੋਵੇ ਜੀ? ਚਲੇ ਜੀ, ਮੈਂ ਆਪਣੇ ਸਮੇਂ ਦੇ ਵਿੱਚ ਰਾਤਾਂ ਨੂੰ ਗੱਡੀਆਂ ਫੜ ਕੇ ਪਰਚੇ ਦਰਜ ਕਰਵਾਏ ਆ। ਤੁਹਾਨੂੰ ਮੈਂ 6 ਸਰਕਾਰਾਂ ਦਿਖਾ ਦੀਆਂ। ਸਾਡੀ ਤਾਂ ਉਹਨਾਂ ਸਟੇਟਾਂ ਨਾਲੋਂ ਕਿਤੇ ਸਾਡੀ ਧਰਤੀ ਫਰਟਾਈਲ ਹੈ, ਲੋਕ ਉਦਮੀ ਹੈ, ਮਿਹਨਤੀ ਹੈ। ਜੇ ਉਹ ਸਰਕਾਰਾਂ ਦੇ ਸਕਦੀਆਂ ਤਾਂ ਸਾਨੂੰ ਕੀ ਹੋਇਆ? ਜੇ ਰਾਜਸਥਾਨ 5 ਰੁਪਏ ਦੇ ਸਕਦੀ ਹੈ ਤਾਂ ਸਾਡਿਆਂ ਨੂੰ ਕੀ ਹੋਇਆ? सत श्री अकाल जी दर्शकों, मेरे पिछे ये जो तस्वीर है ये रंगले पंजाब की निशानी है। वो पंजाब जिहड़ा कदे गाउंदा सी, भंगड़े पाउंदा सी, झूमदा सी। पंजाब दे विच अनेकां मेले भी वेखण नूं मिलदे सीगे, पर हुण ये एक सिर्फ बुत बन के रह गए आ। क्योंकि एक उदाहरण सी साडे रंगले पंजाब की निशानी सीगी, पर हुण ये सिर्फ बुत इस करके है क्योंकि साडा पंजाब जिहड़ा मेलिਆਂ ਦੀ ਧਰਤੀ ਹੁੰਦਾ ਸੀ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ और ਉਹਨਾਂ ਦੀ याद ਦੇ ਵਿੱਚ ਜਿਹੜੇ ਪੁਰਬ ਮਨਾਏ ਜਾਂਦੇ ਸੀਗੇ, ਅੱਜ ਉਹ ਚੀਜ਼ਾਂ ਵੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ। ਪਰ ਜੇਕਰ ਮਿਲਦਾ ਹੈ ਤਾਂ ਉਹ ਧਰਨੇ ਪ੍ਰਦਰਸ਼ਨ। ਤੇ ਜੇਕਰ ਇਹ ਕਹਿ ਲਈਏ ਵੀ ਹੁਣ ਪੰਜਾਬ ਸਿਰਫ ਧਰਨਿਆਂ ਦੀ ਧਰਤੀ ਬਣ ਕੇ ਰਹਿ ਗਿਆ ਤਾਂ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਵੇਰਕਾ ਮਿਲਕ ਪਲਾਂਟ ਦੇ ਵਿੱਚ ਖੜੇ ਆ ਇਸ ਵੇਲੇ ਮੋਹਾਲੀ। ਵੇਰਕਾ ਪਲਾਂਟ ਦੇ ਮੋਹਰੇ ਬਿਲਕੁਲ ਧਰਨਾ ਲੱਗਾ ਸੀਗਾ ਕਿਸਾਨਾਂ ਦਾ, ਦੁੱਧ ਉਤਪਾਦਕਾਂ ਦਾ। ਇਸੇ ਤਰ੍ਹਾਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਵਿੱਚ ਵੀ PDFA ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਸੀ। ਹੱਕੀ ਮੰਗਾਂ ਨੂੰ ਲੈ ਕੇ ਧਰਨਾ ਸੀਗਾ। ਅੱਜ ਭਗਵੰਤ ਮਾਨ ਹੋਰਾਂ ਦੇ ਨਾਲ ਮੀਟਿੰਗ ਵੀ ਕਰਕੇ ਆਏ ਨੇ, ਸਾਡੇ ਨਾਲ ਨੇ। ਇਸੇ ਮਿਲਕ ਪਲਾਂਟ ਤੋਂ ਡਾਇਰੈਕਟਰ ਵੀ ਰਹੇ ਨੇ ਤੇ ਕਿਸਾਨ ਯੂਨੀਅਨ ਰਾਜੇਵਾਲ ਜੀ ਦੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੀ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਚਲਾਕੀ ਸਾਹਿਬ। ਚਲਾਕੀ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਮਿਹਰਬਾਨੀ ਜੀ, ਮਿਹਰਬਾਨੀ। ਤੁਹਾਡੇ ਸਾਰੇ ਦਰਸ਼ਕਾਂ ਦਾ
ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੱਕੀ ਸਾਹਿਬ ਕਿਵੇਂ ਵੇਖਦੇ ਹੋ ਜੀ ਜਿਵੇਂ ਇਹ ਬੁੱਤ ਅੱਜ ਦਿਖਦੇ ਆ, ਬੁੱਤ ਕਹਿਣਾ ਪੈ ਰਿਹਾ ਪਰ ਇਹ ਇੱਕ ਸਾਡੀ ਨਿਸ਼ਾਨੀ ਸੀ ਜੀ ਰੰਗਲੇ ਪੰਜਾਬ ਦੀ, ਪਰ ਹੁਣ ਲਗਾਤਾਰ ਧਰਨੇ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਆ ਜੀ। ਅੱਜ ਜੀ ਜਿਹੜਾ ਰੰਗਲਾ ਪੰਜਾਬ ਹੈ, ਜਿਹੜਾ ਕਿਤੇ ਪੰਜਾਬ ਗਿੱਧੇ ਭੰਗੜਿਆਂ ਦੇ ਵਿੱਚ ਮਸ਼ਰੂਫ ਸੀਗਾ, ਅੱਜ ਸਰਕਾਰਾਂ ਦੀਆਂ ਪਾਲਿਸੀਆਂ ਨਾਲ ਇਹ ਬੁੱਤ ਵੀ ਉਦਾਸ ਨੇ। ਜਦੋਂ ਬੁੱਤ ਵੀ ਉਦਾਸ ਹੋਣ ਤਾਂ ਜਿਹੜੇ ਲੋਕ ਇਹ ਸਟੈਚੂ ਹੋਣ ਤਾਂ ਅਸੀਂ ਉਸ ਪੋਜੀਸ਼ਨ 'ਚ ਆਏ ਹਾਂ ਵੀ ਸਾਨੂੰ ਜਿਹੜੀ ਇਹ ਬਿਮਾਰੀ ਆਈ ਹੈ ਜਿਹਨੇ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਸੀ, ਜਿਹੜਾ ਸਾਡਾ ਪਸ਼ੂ ਧਨ ਸੀ, ਉਹਦਾ ਐਡੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਅਸਲੀ ਮਾਇਨਿਆਂ ਵਿੱਚ ਲੋਕਾਂ ਦੇ ਜਿਹੜੇ ਰੋਣੇ ਸੀ ਉਹ ਦੇਖ ਨਹੀਂ ਸੀ ਹੁੰਦੇ। ਅਸੀਂ ਪਿੰਡਾਂ 'ਚ ਗਏ ਹਾਂ, ਮੈਂ ਆਪ ਇੱਕ ਡੈਰੀ ਫਾਰਮਰ ਵੀ ਹਾਂ, ਤਾਂ ਮੇਰੇ ਵੀ ਗਾਂ ਮਰੀ ਹੈ, ਦੂਜੀਆਂ ਜਿਹੜੀਆਂ ਬਿਮਾਰ ਵੀ ਹੋਈਆਂ, ਉਹ ਮੇਰਾ ਖਿਆਲ ਹੈ ਵੀ ਇੱਕ ਸਾਲ ਜਿਹੜੀਆਂ ਬੈੜੀਆਂ ਸੀਗੀਆਂ, ਮੈਨੂੰ ਨਹੀਂ ਲੱਗਦਾ ਮੁੜ ਕੇ ਉਹ ਕਨਸੀਵ ਹੋਣਗੀਆਂ, ਜਿਹੜੀ ਉਹਨਾਂ ਦੀ ਪੋਜੀਸ਼ਨ ਬਣ ਗਈ। ਜਿਹੜਾ ਗਾਵਾਂ ਦੇ ਥੱਲੇ ਦੁੱਧ ਸੁੱਕਿਆ ਉਹ ਮੁੜ ਕੇ ਕਦੋਂ ਪੂਰਾ ਹੁੰਦਾ ਇਹ ਪ੍ਰਮਾਤਮਾ ਜਾਣੇ। ਜੋ ਸਾਨੂੰ ਅਫਸੋਸ ਇਸ ਗੱਲ ਦਾ ਹੈ, ਅੱਜ ਅਸੀਂ CM ਸਾਹਿਬ ਕੋਲ ਇਹ ਗੱਲਾਂ ਸਾਰੀਆਂ ਸਪਸ਼ਟ ਕਹਿ ਕੇ ਵੀ ਆਏ ਹਾਂ ਵੀ ਜਦੋਂ ਇਹ ਐਡੀ ਵੱਡੀ ਮਹਾਮਾਰੀ ਆਏ ਆ ਤਾਂ ਉਦੋਂ ਲਗਭਗ 1 ਮਹੀਨਾ ਪਹਿਲਾਂ ਸਾਹਿਬ ਬਲਵੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲੈਟਰ ਲਿਖਿਆ ਵੀ ਰਾਜਸਥਾਨ ਦੇ ਵਿੱਚ ਇਹ ਬਿਮਾਰੀ ਆਈ ਹੈ, ਤੁਹਾਨੂੰ ਪ੍ਰੀਕਾਸ਼ਨ ਲੈਣੇ ਚਾਹੀਦੇ ਆ, ਡਾਕਟਰੀ ਟੀਮਾਂ ਜਾਂ ਹੋਰ ਸਾਰਾ ਬੰਦੋਬਸਤ ਹੈ, ਸਾਜੋ ਸਮਾਜ ਆ, ਉਹਨੂੰ ਤਿਆਰ ਕਰਨਾ ਚਾਹੀਦਾ। ਪਤਾ ਨਹੀਂ ਕਿੱਥੇ ਅਣਗਹਿਲੀ ਹੋਈ ਆ, ਉਹਨੂੰ ਕੋਈ ਗੰਭੀਰਤਾ ਨਾਲ ਨਹੀਂ ਲਿਆ ਗਿਆ। ਔਰ ਘੱਟੋ ਘੱਟ ਅੱਜ ਪੰਜਾਬ ਦੇ ਵਿੱਚ ਤੁਸੀਂ ਆਪ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਹੋ, 1 ਸਵਾ ਲੱਖ ਸਾਡੇ ਆ ਜਿਹੜਾ ਪਸ਼ੂ ਧਨ ਸੀ ਉਹ ਮਰ ਗਿਆ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਹੜੀਆਂ ਸਾਡੀਆਂ ਗਾਵਾਂ ਸੀ, ਅਸੀਂ ਉਹਨਾਂ ਨੂੰ ਦਬਾਉਣ ਵਾਸਤੇ ਵੀ 2,500 ਹਜ਼ਾਰ ਰੁਪਈਆ ਆਪਣੀ ਜੇਬ ਤੇ ਖਰਚ ਕਰਦੇ ਸੀ। ਦੋ ਗੱਲਾਂ ਹੋ ਗਈਆਂ, ਇੱਕ ਸਾਡਾ ਪਸ਼ੂ ਧਨ ਗਿਆ ਜਿਹਨੇ ਦੁੱਧ ਦੇਣਾ ਸੀ, ਸਾਡਾ ਕੁਛ ਨਾ ਕੋਈ ਰੋਟੀ ਰੋਜੀ ਚੱਲਣੀ ਸੀ। ਦੂਜਾ ਉਹਨੂੰ ਦਬਾਉਣ ਵਾਸਤੇ ਉਹਦੀਆਂ ਦਵਾਈਆਂ ਪਰ ਜਿਹੜਾ ਖਰਚ ਹੋਇਆ ਹੈ ਉਹ ਸਾਨੂੰ ਇਹ ਪਤਾ ਹੈ। ਇਸ ਤੋਂ ਵੀ ਅਗਲੀ ਗੱਲ, ਲਗਭਗ 21 ਮਈ ਨੂੰ ਪੰਜਾਬ ਸਰਕਾਰ ਨਾਲ ਸਾਡੇ ਸਾਥੀਆਂ ਦੀ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਚਲੋ ਜੋ ਉਹਨਾਂ ਨੇ ਫੈਸਲਾ ਕਰ ਲਿਆ ਉਹ ਹੋਇਆ, ਉਹਨਾਂ ਨੇ 35 ਰੁਪਏ ਕਿਲੋ ਫੈਟ ਦਾ ਫੈਸਲਾ ਹੋ ਗਿਆ। ਉਹਦੇ ਵਿੱਚ ਇਹਨਾਂ ਚੀਜ਼ਾਂ ਤੇ ਡਿਸਕਸ ਕਰਦੇ ਹਾਂ ਜੀ, ਮੋਟੀਆਂ ਪਹਿਲਾਂ ਇੱਕ ਪੁਆਇੰਟਾਂ ਦੇ ਵਿੱਚ ਹੀ, ਤਾਂ ਕਿ ਲੋਕਾਂ ਨੂੰ ਸਮਝ ਵੀ ਆ ਜਾਏ। ਇੱਕ ਮੰਗਾਂ ਗਿਣਾ ਦਿਓ ਜੀ ਮੋਟੀਆਂ ਵੀ ਇਹ ਸੀਗੀਆਂ ਜੀ। ਦੇਖੋ, ਮੰਗਾਂ ਦੇ ਵਿੱਚ ਸੀਗਾ ਵੀ ਸਾਨੂੰ ਜਿਹੜੇ ਪਸ਼ੂ ਮਰ ਗਏ ਉਹਨਾਂ ਨੂੰ 1 ਲੱਖ ਰੁਪਇਆ ਮੁਆਵਜ਼ਾ ਦਿਓ, ਜਿਹੜਾ ਪਸ਼ੂ ਬਿਮਾਰ ਹੋ ਗਏ ਲੋਕਾਂ ਨੇ ਇਲਾਜ ਕਰਾਇਆ ਉਹਨਾਂ ਦੀ ਸਰਕਾਰ ਮਦਦ ਕਰੇ, ਸਕਿਨ ਦੀ ਉਹਨਾਂ ਦੀ ਮਦਦ ਕਰੇ। ਆ ਜਿਹੜਾ ਡੁਪਲੀਕੇਟ ਦੁੱਧ ਹੈ ਇਹਨੂੰ ਸਖਤੀ ਨਾਲ ਬੰਦ ਕਰੋ। ਜਿਹੜਾ ਸਾਡਾ ਮਾਰਕੀਟ ਦੇ ਵਿੱਚ 8 ਤੋਂ 10 ਕਰੋੜ ਰੁਪਇਆ ਡੁੱਬਿਆ ਪਿਆ ਫਰੈਸ਼ ਪ੍ਰੋਡਕਟ ਦਾ, ਮਿਲਕ ਪਲਾਂਟ ਮੋਹਾਲੀ ਦਾ, ਤਾਂ ਇਹਨੂੰ ਤੁਸੀਂ ਜਿਹੜਾ ਹੈਗਾ ਉਹਦੀ ਰਿਕਵਰੀ ਕਰਾਓ ਇਮੀਡੀਏਟ, ਸਮੇਤ ਵਿਆਜ। ਜਿਹੜੇ ਅਫਸਰਾਂ ਦੀ ਅਣਗਹਿਲੀ ਹੋਈ ਆ ਉਹਨਾਂ ਨੂੰ ਸਜ਼ਾ ਦਿਓ। ਔਰ ਜਿਹੜਾ ਪਲਾਂਟਾਂ ਦੇ ਵਿੱਚ ਟੈਕਨੀਕਲ ਸਟਾਫ ਨਹੀਂ ਹੈ, ਜਿਹੜੇ ਸਾਡੇ ਦੂਜੇ ਬੱਚੇ ਕੰਮ ਕਰਦੇ ਆ, ਕਿੰਨੇ ਸਾਲ ਤੋਂ ਉਹ ਇਸੇ ਤਰ੍ਹਾਂ ਕੰਟਰੈਕਟ ਦੇ ਕੰਮ ਕਰਦੇ ਆ, ਉਹਨਾਂ ਵਾਸਤੇ ਉਹਨਾਂ ਨੂੰ ਪੱਕੇ ਕਰਨ ਦਾ ਟੈਕਨੀਕਲ ਸਟਾਫ ਬਿਨਾਂ, ਕਿਉਂਕਿ ਇਹ ਕਮਰਸ਼ੀਅਲ ਅਦਾਰੇ ਨੇ, ਇੱਕ ਜਿਹੜੇ ਟੈਕਨੀਕਲ ਬੰਦਿਆਂ ਬਿਨਾਂ ਚੱਲ ਨਹੀਂ ਸਕਦੇ। ਇਸ ਤੇ ਅਗਲਾ ਸੀਗਾ ਜਿਹੜਾ ਇੱਕ ਸਾਡਾ ਸੈਲਜ ਬਣਾਉਣੇ ਆ। ਹੁਣ ਪੰਜਾਬ ਦੇ ਵਿੱਚ ਉਹ ਘਾਹ ਵੱਢਣ ਵਾਲਾ ਖੋਤਣ ਦਾ ਕੰਮ ਗਿਆ ਤਾਂ ਲੋਕ ਸੈਲਜ ਵਾਲੇ ਪਾਸੇ ਆ ਗਏ। ਸੈਲਜ ਵਾਸਤੇ ਸਾਨੂੰ ਹਰੇਕ ਜਿਹੜਾ ਦੁੱਧ ਉਤਪਾਦਕ ਹੈ ਜਾਂ ਆਮ ਬੰਦਾ ਨੂੰ ਨਗਦ ਪੈਸੇ ਚਾਹੀਦੇ ਆ। ਜਦੋਂ ਮੱਕੀ ਦਾ ਟਾਈਮ ਆਉਂਦਾ ਹੈ ਤਾਂ ਉਦੋਂ ਛੋਟਾ ਜ਼ਿਮੀਂਦਾਰ ਤੋਂ ਲੈ ਕੇ ਵੱਡੇ ਜ਼ਿਮੀਂਦਾਰ ਤੱਕ, ਮੈਂ ਕਹਿ ਸਕਦਾ 5 ਲੱਖ ਤੋਂ ਲੈ ਕੇ 35 40 ਲੱਖ ਤੱਕ ਲੋਕਾਂ ਦਾ ਅਚਾਰ ਪੈਂਦਾ। ਉਹਨਾਂ ਕੋਲ ਇੰਨੇ ਪੈਸੇ ਕੈਸ਼ ਹੁੰਦੇ ਨਹੀਂ ਵੀ ਸਰਕਾਰ ਨੂੰ ਇਹ ਗੱਲ ਕਿਹਾ ਵੀ ਜੇਕਰ ਹਾੜੀ ਸੌਣੀ ਕਣਕ ਹਾੜੀ ਸੌਣੀ ਅਸੀਂ ਪੈਸੇ ਦਿੰਦੇ ਹਾਂ ਥਰੂ ਕੋਆਪਰੇਟਿਵ ਸੁਸਾਇਟੀਜ਼। ਇਸੇ ਤਰ੍ਹਾਂ ਸਾਡੇ MCL ਬਣਾਏ ਜਾਣ, ਜਿਹੜਾ ਕੋਈ ਜਿੰਨਾ ਦੁੱਧ ਪਾਉਂਦਾ ਉਹਦੇ MCL ਬਣ ਜੇ। ਜਦੋਂ ਅਚਾਰ ਪਾਉਂਦਾ ਹੈ ਉਹ ਬੰਦਾ ਉਹ ਆਪਣੇ ਬੈਂਕ ਤੋਂ ਪੈਸੇ ਲਵੇ, ਬੈਂਕ ਤੋਂ ਪੈਸੇ ਲੈ ਕੇ ਆਪਣਾ ਸੈਲਜ ਬਣਾ ਲਵੇ, ਕਿਉਂਕਿ ਕਿਸੇ ਬੰਦੇ ਕੋਲ ਇੰਨੇ ਨਗਦ ਪੈਸੇ ਨਹੀਂ ਹੁੰਦੇ। ਤਾਂ ਉਹ ਪੈਸੇ ਵੀ ਸਾਨੂੰ ਉਹ ਜਿਸ ਤਰ੍ਹਾਂ 4% ਤੇ ਸਾਨੂੰ ਦੂਜੇ ਪੈਸੇ ਮਿਲਦੇ ਨੇ, ਉਸੇ ਤਰ੍ਹਾਂ ਸਾਨੂੰ 4% ਇੰਟਰਸਟ ਤੇ ਦਿੱਤੇ ਜਾਣ। ਉਹਨਾਂ ਦੀ ਰਿਕਵਰੀ ਦਾ ਇੱਕ ਫਾਰਮੂਲਾ ਬਣਾ ਲਿਆ ਜਾਵੇ ਵੀ ਉਹਨਾਂ ਦੀ ਰਿਕਵਰੀ ਆਸਾਨ ਜਿਹੜੀ ਸਾਡੀ ਕਿਸ਼ਤਾਂ ਦੇ ਵਿੱਚ ਕਿਵੇਂ ਕਰਨੀ ਆ ਸਾਲ ਦੇ ਵਿੱਚ, ਤਾਂ ਕਿ ਜਿਹੜੇ ਸਾਡੇ ਖਰਚੇ ਵੀ ਚੱਲਦੇ ਰਹਿਣ, ਸਾਡੀ ਰਿਕਵਰੀ ਵੀ ਹੋ ਜਾਵੇ। ਇਹ ਵੀ ਅਸੀਂ ਉਹਨਾਂ ਨੂੰ ਕਹਿ ਕੇ ਆਏ ਹਾਂ। ਇੱਕ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜਿਹੜਾ ਕੋਆਪਰੇਟਿਵ ਸਿਸਟਮ ਦੇ ਜਿਹਦਾ ਬਹੁਤ ਜ਼ਰੂਰੀ ਹੈ, ਜਿਹ 'ਚ ਬਹੁਤ ਵੱਡਾ ਨਿਗਾਰ ਆ ਗਿਆ, ਇਹਦਾ ਸਾਰਾ ਹੀ ਸਿਆਸੀਕਰਨ ਹੋ ਗਿਆ। ਇਹਦੇ 'ਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ। ਉਹ ਕਮਿਸ਼ਨ ਦੇ ਵੀ ਜੇ ਚੇਅਰਮੈਨ ਹੋਣ, ਉਹ ਕੋਈ ਉਹ ਅਫਸਰ ਨੂੰ ਲਾਇਆ ਜਾਵੇ
ਜਿਹੜਾ ਕੋਈ ਰਿਟਾਇਰਡ IAS ਹੋਵੇ, ਜਿਹਦਾ ਘੱਟੋ ਘੱਟ ਕੋਆਪਰੇਟਿਵ ਮਹਿਕਮੇ ਦੇ ਵਿੱਚ 5-4 ਸਾਲ ਦਾ ਤਜਰਬਾ ਹੋਵੇ, ਜਿਹੜਾ ਉਹ ਸਾਰਾ ਸਮਝਦੇ ਹੋਣ। ਕਿਉਂਕਿ ਇਹ ਅਦਾਰੇ ਕੋਈ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਨਹੀਂ, ਇਹ ਅਦਾਰੇ ਸਾਰੇ ਆਪਣੇ ਲੋਕਾਂ ਦੇ ਸਾਂਝੇ ਆ। ਜੇ ਉਹ ਲੋਕ ਜਿਨ੍ਹਾਂ ਨੂੰ ਚੁਣਨ, ਭਾਵੇਂ ਇਹ ਕੋਈ ਜ਼ਰੂਰੀ ਨਹੀਂ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੇ ਇਹਦੇ ਵਿੱਚ ਕੋਈ ਦੂਜੀਆਂ ਪਾਰਟੀਆਂ ਦੇ ਬੰਦੇ ਵੀ ਆ ਜਾਣਗੇ, ਕਿਉਂਕਿ ਸਾਡੇ ਸਾਂਝੇ ਅਦਾਰੇ ਹੈ, ਇਹਨਾਂ ਅਦਾਰਿਆਂ ਦੇ ਵਿੱਚ ਅਕਾਲੀ ਵੀ ਦੁੱਧ ਪਾਉਂਦੇ ਆ, ਕਾਂਗਰਸੀ ਵੀ ਪਾਉਂਦੇ ਆ, ਆਮ ਆਦਮੀ ਪਾਰਟੀ ਵਾਲੇ ਪਾਉਂਦੇ ਆ, ਸਾਡੇ ਵਰੇ ਯੂਨੀਅਨ ਵਾਲੇ ਵੀ ਪਾਉਂਦੇ ਆ, ਇਹ ਸਾਡੇ ਸਾਂਝੇ ਅਦਾਰੇ ਆ। ਇਹਦੇ ਵਿੱਚ ਜਿਹੜੇ ਬੰਦਿਆਂ 'ਚ ਕੈਪੈਸਿਟੀ ਹੈ, ਸਾਨੂੰ ਇਮਾਨਦਾਰੀ ਨਾਲ ਉਹ ਬੰਦੇ ਚੁਣ ਕੇ ਭੇਜਣੇ ਚਾਹੀਦੇ ਆ, ਤਾਂ ਕਿ ਉਹ ਆ ਕੇ ਇਹਨਾਂ ਅਦਾਰਿਆਂ ਦੇ ਸੁਧਾਰ ਵਾਸਤੇ ਕੰਮ ਕਰਨ। ਇਸ ਤੋਂ ਪਹਿਲਾਂ ਉਹਨਾਂ ਨੂੰ ਇਹ ਵੀ ਕਹਿ ਕੇ ਆਏ ਆ, ਉੜੀਸਾ ਔਰ ਕੇਰਲਾ ਦੇ ਵਿੱਚ ਇਹ ਕੁਛ ਹੈ, ਕੋਆਪਰੇਟਿਵ ਦੀ 97 ਸੋਧ ਹੋਈ ਵੀ ਹੈ, ਕੋਆਪਰੇਟਿਵ 97 ਸੋਧ ਹੋਈ ਵੀ ਹੈ। ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਵੀ ਕੋਆਪਰੇਟਿਵ ਦੀਆਂ ਇਲੈਕਸ਼ਨਾਂ ਫੇਅਰ ਕਰਾਉਣ ਵਾਸਤੇ ਜਿਹੜੀ ਅਫਸਰਸ਼ਾਹੀ ਦਾ ਇਹ ਦਖਲ ਘਟਾਉਣ ਵਾਸਤੇ ਇੱਦਾਂ ਦੇ ਕਮਿਸ਼ਨ ਨਿਯੁਕਤ ਕੀਤਾ ਜਾਊਗਾ। ਅਸੀਂ ਇੱਕ ਇਹ ਗੱਲ ਵੀ ਉਹਨਾਂ ਦੇ ਸਾਹਮਣੇ ਰੱਖੀ ਹੈ ਵੀ ਜਿਹੜੇ ਡੇਅਰੀ ਦਾ ਕੰਮ ਕਰਦੇ ਨੇ, ਪਿੰਡਾਂ ਦੇ ਵਿੱਚ ਦੁੱਧ ਦਾ ਕੰਮ ਪੈਦਾ ਕਰਨ ਦਾ ਕਰਦੇ ਨੇ, ਭਾਵੇਂ ਉਹ ਕਿਸਾਨ ਦਾ ਬੇਟਾ, ਭਾਵੇਂ ਸਾਡੇ ਕੋਈ ਪਿੰਡ ਦੇ ਜਿਹੜਾ ਸਾਡਾ ਕੋਈ ਮਜ਼ਦੂਰ ਭਰਾ ਹੈ, ਕੋਈ ਵਿਹੜੇ ਵਾਲਾ, ਕਿਸੇ ਜਾਤੀ ਬਰਾਦਰੀਆਂ ਵਾ, ਵੀ ਉਹਨਾਂ ਦੇ ਬੱਚਿਆਂ ਨੂੰ ਵੀ ਰਿਜ਼ਰਵੇਸ਼ਨ ਦਿਓ, ਤਾਂ ਕਿ ਉਹ ਬੱਚੇ ਨੌਕਰੀਆਂ ਦੇ ਰਿਜ਼ਰਵੇਸ਼ਨ ਦਿਓ, ਤਾਂ ਕਿ ਉਹ ਬੱਚੇ ਇਹ ਇੰਟਰਸਟ ਲੈ ਕੇ ਡੇਅਰੀ ਦਾ ਕੰਮ ਕਰਨ, ਵੀ ਤਾਂ ਕਿ ਜਿਹੜਾ ਇਹ ਅੱਜ ਧੰਦਾ ਬਿਲਕੁਲ ਇਹ ਬੰਦ ਹੋਣ ਦਾ ਜਾ ਰਿਹਾ। ਕਿਉਂਕਿ ਸਾਡੇ ਜਿਹੜੇ ਨਵੇਂ ਬੱਚੇ ਨੇ, ਸਾਡੀ ਉਮਰ ਤੋਂ ਬਾਅਦ ਸਾਡੇ ਨਵੇਂ ਬੱਚੇ ਆ, ਉਹ ਇੰਟਰਸਟ ਨਹੀਂ ਲੈਂਦੇ ਆ। ਮੇਰੇ ਨਾਲ ਸਾਹਿਬ ਬਲਵੀਰ ਸਿੰਘ ਉਨੀ ਖੜੇ ਨੇ, ਬਰਾਮਪੁਰ ਦੇ ਬਹੁਤ ਵੱਡੇ ਡੈਰੀ ਫਾਰਮ ਨੇ, 5-6 ਕੁਇੰਟਲ ਦੁੱਧ ਹੈ। ਇਹਨਾਂ ਨੇ 2 ਬੱਚੇ ਆਪਣੇ ਡੈਰੀ ਫਾਰਮ 'ਚ ਰੱਖੇ ਹੋਏ ਸੀਗੇ। ਅੱਜ ਜਿੱਦਣ ਦੀ ਬਿਮਾਰੀ ਆਈ ਹੈ, ਆਪਣੇ ਇੱਕ ਬੇਟੇ ਨੂੰ ਇਹ ਬਾਹਰ ਭੇਜਣ ਦੀ ਤਿਆਰੀ ਸ਼ੁਰੂ ਕਰਤੀ। ਸੋ ਇਹ ਜਿਹੜੀ ਮਜੂਸੀ ਹੈ, ਇਹਨੂੰ ਖਤਮ ਕਰਨ ਵਾਸਤੇ, ਸਰਕਾਰ ਨੂੰ ਉਤਸ਼ਾਹਿਤ ਕਰਨ ਵਾਸਤੇ ਇਹਨਾਂ ਨੂੰ ਇਹ ਕਰਨਾ ਚਾਹੀਦਾ। ਬਿਮਾਰੀ ਦੇ ਲਈ ਇੰਨਾ ਵੇਸਲਾਪਣ ਕਿਉਂ ਦਿਖਾਇਆ ਗਿਆ ਸਰਕਾਰ ਦੇ ਵੱਲੋਂ, ਜਾਂ ਕੇਂਦਰ ਦੀ ਸਰਕਾਰ ਵੀ, ਜਾਂ ਇਹ ਪੰਜਾਬ ਦੇ ਵੱਲ ਗੌਰ ਕਿਉਂ ਨਹੀਂ ਕੀਤੀ ਗਈ ਜੀ ਕਿਸਾਨਾਂ ਦੇ ਵੱਲ? ਥਲੀ ਸਾਹਿਬ ਦੇਖੋ, ਗੱਲ ਸੁਣੋ, ਅਫਸੋਸ ਹੈ ਜਦੋਂ ਤੁਹਾਡੀ ਕਿਸੇ ਇਸ਼ੂ ਤੇ ਗ੍ਰਿਪ ਨਹੀਂ ਹੈ, ਤੁਸੀਂ ਉਹਨੂੰ ਗੰਭੀਰਤਾ ਨਾਲ ਨਹੀਂ ਲਓਗੇ, ਤਾਂ ਫਿਰ ਇਸੇ ਤਰ੍ਹਾਂ ਦਾ ਚੱਲਦਾ ਆਊਗਾ। ਨਹੀਂ ਅਦਰਵਾਈਜ਼ ਸਰਕਾਰ ਤਾਂ ਆਪ ਮਿੰਟ ਦੀ ਗੌਰ ਕਰਦੀ ਹੁੰਦੀ ਹੈ। ਰਾਜੇਵਾਲ ਸਾਹਿਬ ਦਾ ਲੈਟਰ ਲਿਖਣ ਤੋਂ ਬਾਅਦ ਇਮੀਡੀਏਟ ਉਹਤੇ ਐਕਸ਼ਨ ਹੋਣਾ ਚਾਹੀਦਾ ਸੀਗਾ, ਟੀਮਾਂ ਬਣਨੀਆਂ ਚਾਹੀਦੀਆਂ ਸੀਗੀਆਂ। ਕਰੋਨਾ ਦੇ ਵਿੱਚ ਵੀ ਇੰਨਾ ਕੁਝ ਕਰਿਆ, ਜਦੋਂ ਇਹ ਬਿਮਾਰੀ ਆਈ ਹੈ ਕਿਸੇ ਨੇ ਗੋਡੇ 'ਚ ਪੂਣੀ ਨਹੀਂ ਕੱਤੀ। ਅੱਜ ਤੱਕ ਕੋਈ ਸਰਵੇ ਨਹੀਂ ਸਰਕਾਰ ਦੇ ਕੋਲ ਪੰਜਾਬ 'ਚ ਕਿੰਨੇ ਪਸ਼ੂ ਮਰ ਗਏ। ਅੱਜ CM ਸਾਹਿਬ ਨੇ ਆਰਡਰ ਕੀਤੇ ਹੈ ਵੀ ਹਾਂ, ਹੁਣ ਪਿੰਡਾਂ 'ਚ ਆ ਕੇ ਸਰਪੰਚਾਂ ਨੂੰ, ਜਿਹੜੀਆਂ ਦੁੱਧ ਉਤਪਾਦਕ ਸੁਸਾਇਟੀ ਦੇ ਪ੍ਰਧਾਨਾਂ ਨੂੰ, ਮੈਂਬਰਾਂ ਨੂੰ ਲੈ ਕੇ ਹੁਣ ਸਰਵੇ ਕਰਨੀਆਂ, ਤੁਹਾਡੇ ਕਿੰਨੇ ਜਾਨਵਰ ਮਰ ਗਏ। ਤਾਂ ਹੁਣ ਜਦੋਂ ਸਭ ਕੁਝ ਨਿਕਲ ਗਿਆ, ਹੁਣ ਪੂੰਛ ਕੁੱਟੀ ਜਾਵਾਂਗੇ। ਉਹ ਨਾਲ ਦੀ ਨਾਲ ਜਦੋਂ ਇਹ ਬਿਮਾਰੀ ਆਈ ਹੈ, ਨਾਲੇ ਸਾਨੂੰ ਉਹ ਗਾਈਡ ਕਰਦੇ ਵੀ ਭਾਈ ਤੁਸੀਂ ਇਹਦੇ ਇਹ ਪ੍ਰੀਕਾਸ਼ਨ ਲੈਣੇ ਆ, ਆਹ ਦਵਾਈ ਵਰਤਣੀ ਹੈ। ਨਾਲੇ ਜਿਹੜੇ ਪਸ਼ੂ ਮਰਦੇ ਆ ਉਹਦਾ ਰਿਕਾਰਡ ਰੱਖਦੇ। ਸਾਨੂੰ ਹੋਰ ਤਾਂ ਹੋਰ ਜੀ, ਸਾਡੇ ਤਾਂ ਇਹ ਜਿਹੜੇ ਪਲਾਂਟਾਂ ਨੂੰ ਅਸੀਂ ਦੁੱਧ ਪਿਲਾਉਂਦੇ ਆ, ਤਾਂ ਇਹਨਾਂ ਨੇ ਨਹੀਂ ਕਿਸੇ ਨੇ ਉਹਦਾ ਰਿਕਾਰਡ ਮੇਨਟੇਨ ਕੀਤਾ। ਹੁਣ ਜਦੋਂ ਅਸੀਂ ਪਿੰਡਾਂ 'ਚ ਗਏ ਹਾਂ, ਅਸੀਂ ਆਪਣੇ ਤੌਰ ਤੇ ਉਹ ਆਪਣੀ ਸੁਸਾਇਟੀ ਦੇ ਪ੍ਰਧਾਨ ਸਾਹਿਬਾਨ ਨੂੰ ਬੇਨਤੀ ਕੀਤੀ ਵੀ ਭਰਾਵੋ, ਤੁਸੀਂ ਆਪਣੀ ਸੁਸਾਇਟੀ ਦੇ ਵਿੱਚ ਮਤਾ ਪਾਓ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਜਾਨਵਰਾਂ ਦੀ ਮੌਤ ਹੋਈ, ਜੈਨੂਇਨ ਪਾਓ। ਅਰੇ ਲਿਖੋ ਵੀ ਜਿਹੜੀ ਉਹ ਬੈੜੀ ਸੀ ਉਹ ਪਹਿਲੇ ਸੂਏ ਸੀ, ਦੂਏ ਸੂਏ ਸੀ। ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ, ਮਿਲਕ ਪਲਾਂਟਾਂ ਨੂੰ ਕਰਨੇ ਚਾਹੀਦੇ ਆ, ਉਹ ਕਿਤੇ ਵੀ ਨਹੀਂ ਸੀ। ਤਾਂ ਮਿਲਕ ਪਲਾਂਟ ਵਾਲੇ ਕਹਿੰਦੇ ਸੀ 50 ਲੱਖ ਦੀ ਦਵਾਈ ਲੈ ਲਈ। ਉਹ 50 ਲੱਖ ਦੀ ਦਵਾਈ ਤੁਸੀਂ ਰੂਟੀਨ ਦੇ ਵਿੱਚ ਜਿਹੜੀ ਮਸਟੈਟਸ ਦੀ ਹੈ, ਕੋਈ ਹੋਰ ਐਂਟੀਬਾਇਓਟਿਕ ਹੈ, ਤੁਸੀਂ ਉਹ ਲਈ ਹੈ। ਇਹ ਬਿਮਾਰੀ, ਇਸ ਸੰਬੰਧਿਤ ਬਿਮਾਰੀ ਨਾਲ ਤੁਸੀਂ ਕਿਹੜੀ ਦਵਾਈ ਲਈ ਹੈ, ਜਾਂ ਤੁਸੀਂ ਕਿਹੜਾ ਗਾਈਡ ਕੀਤਾ ਹੈ। ਜਿਵੇਂ ਤੁਸੀਂ ਗੱਲ ਸਰਵੇ ਦੀ ਕੀਤੀ, ਸਰਕਾਰ ਕਰਵਾਉਗੀ ਸਰਪੰਚਾਂ ਨੂੰ ਕਹਿ ਕੇ। ਹੁਣ ਇੱਕ ਸਰਪੰਚ ਇਹ ਵੀ ਕਿਸੇ ਨੂੰ ਕਹਿ ਸਕਦਾ ਵੀ ਐਵੇਂ ਕਰੀ ਯਾਰ, ਮੈਂ ਤੂੰ ਥੋੜਾ ਤੇਰੇ ਨਾਲ ਕਰ ਲੈਂਦੇ ਟਾਈ ਅਪ, ਤੇਰੀ ਇੱਕ ਗਾਂ ਮਰੀ ਹੈ, ਤੇਰੀਆਂ 2 ਪਾ ਦਿੰਦੇ ਆ ਉੱਥੇ। ਜਾਂ ਕਿਸੇ ਦੀਆਂ 3 ਮਰੀਆਂ ਹੋਣਗੀਆਂ, ਜਿੱਦਬਾਜੀ 'ਚ ਸਰਪੰਚ ਕਹੇਗਾ ਨਹੀਂ ਜੀ ਇਹਨਾਂ ਦੀਆਂ ਤਾਂ 2 ਮਰੀਆਂ, ਫਿਰ ਉੱਥੇ ਬਹਿਸਬਾਜ਼ੀ ਨਹੀਂ ਸ਼ੁਰੂ ਹੋਊਗੀ। ਨਹੀਂ ਥੋੜੀ ਸਾਹਿਬ ਦੇਖੋ, ਮੇਰੀ ਸੁਣੋ ਗੱਲ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਸਾਡਾ ਸਿਸਟਮ ਕਲੈਪਸ ਹੋ ਗਿਆ। ਸਾਡੇ ਸਮੇਂ ਵਿੱਚ, ਸਾਡੇ ਪਹਿਲੇ ਸਮੇਂ ਦੇ ਵਿੱਚ ਜਦੋਂ ਕਿਤੇ ਇੰਤਕਾਲ ਹੋਇਆ ਕਰਦੇ ਸੀ, ਤਹਿਸੀਲਦਾਰ ਪਿੰਡ ਦੀ ਪਰਾਂ 'ਚ ਆ ਕੇ ਇੰਤਕਾਲ ਕਰਦਾ ਸੀ। ਜਦੋਂ ਪਰਾਂ 'ਚ ਇੰਤਕਾਲ ਕਰਦਾ ਸੀ ਤਾਂ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ, ਉੱਥੇ ਸੱਚਾਈ ਬਿਆਨ ਕਰਨੀ ਪੈਂਦੀ ਸੀ, ਇਹ ਵਾਰਸ ਹੈ। ਜਦੋਂ ਪਿੰਡ ਦੀ ਪੰਚਾਇਤ ਔਰ ਸੁਸਾਇਟੀ ਦੇ ਮੈਂਬਰ ਉੱਥੇ ਹਾਜ਼ਰ ਹੋਣਗੇ ਤਾਂ ਕਿਸੇ ਬੰਦੇ ਦੀ ਜੁਰਤ ਨਹੀਂ ਹੋਊਗਾ ਉਹ ਗਲਤ ਲਿਖਾ ਦੇਵੇ, ਕਿਉਂਕਿ ਉਹ ਲੋਕਾਂ ਦੇ ਵਿੱਚ ਐਕਸਪੋਜ਼ ਹੋ ਜਾਊਗਾ। ਗੱਲ ਤਾਂ ਜੇ ਕੋਈ ਇੱਦਾਂ ਦਾ ਕੋਈ ਬੇਈਮਾਨੀ ਕਰੂਗਾ ਵੀ ਤਾਂ ਲਿਖੇ ਦੇਣੇ ਆ ਉਹਨਾਂ ਨੇ। ਅਸੀਂ ਤਾਂ ਤੁਹਾਡੇ ਰਾਹੀਂ ਇਹ ਬੇਨਤੀ ਕਰਾਂਗੇ, ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਰੱਬ ਤੇ ਡਰ ਕੇ ਜੈਨੂਇਨ ਕਰਾਉਣ। ਅਸੀਂ ਮਰੇ ਦੇ ਪੈਸੇ ਨਹੀਂ ਲੈਣੇ, ਅਸੀਂ ਆਪਣਾ ਹੱਕ ਲੈਣਾ।
ਸੀਐਮ ਸਾਹਿਬ ਨੇ ਕਿਹਾ ਵੀ ਮੈਂ ਇਮੀਡੀਏਟ ਸੈਂਟਰ ਨਾਲ ਗੱਲ ਕਰਕੇ ਇਹਨੂੰ ਜਿਹੜੀ ਹੈਗੀ ਆ ਆਫਤ ਡਿਕਲੇਅਰ ਕਰਕੇ ਅਸੀਂ ਕੰਪਨਸੇਟ ਕਰਾਂਗੇ। ਹਾਂ ਇਹ ਵੀ ਹੈ ਜੇ ਉਹ ਨਹੀਂ ਕਰਨਗੇ ਤਾਂ ਅਸੀਂ ਕੋਈ ਹਥਿਆਰ ਨਹੀਂ ਸਿੱਟਦੇ। ਉਹਨਾਂ ਨੇ ਇੱਕ ਸੀਐਮ ਦਾ ਵਾਅਦਾ ਬਹੁਤ ਵੱਡਾ ਵਾਅਦਾ ਹੁੰਦਾ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ। ਉਹਨੇ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਿਆ, ਸਾਡੇ ਸਹਿਮਤੀ ਪ੍ਰਗਟ ਕਰਦੇ ਰਹੇ ਆ। ਤਾਂ ਨਹੀਂ ਮੁਆਵਜ਼ੇ ਦੀ ਕੀ ਮੰਗ ਹੈ ਜੀ ਤੁਹਾਡੀ? ਸਾਡੇ ਇਸ ਤੇ 1 ਲੱਖ ਰੁਪਏ ਕਹਿੰਦੇ ਆ ਜੀ। 1 ਲੱਖ ਰੁਪਏ ਦੇਖੋ ਤੁਸੀਂ ਭਾਵੇਂ ਗਾਂ ਹੋਵੇ, ਬੱਚੀ ਹੋਵੇ, ਜੋ ਮਰਜ਼ੀ। ਨਹੀਂ ਨਾ 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 ਜਿਹੜੀਆਂ ਬੈੜ ਹੈ ਗਾਵਾਂ ਨੇ ਪਹਿਲੇ ਦੂਏ ਸੂਏ ਵਾਲੀਆਂ ਉਹਨਾਂ ਦਾ 1 ਲੱਖ ਰੁਪਈਆ। ਜਿਹੜੀਆਂ ਕੋਈ ਵੈੜੀ ਆ ਉਹਦੇ ਮੁਤਾਬਕ ਰੇਸ਼ੋ ਨਾਲ ਉਹ ਘਟਾ ਲੈਣ, ਕਿਉਂਕਿ ਹੁਣ ਤਾਂ ਜਿਹੜੀ ਗੱਲ ਹੈ ਜੀ ਜਿਹੜੀ ਸਰਵੇ ਤੇ ਡਿਪੈਂਡ ਕਰੂ ਵੀ ਸਾਡੀਆਂ ਕਿੰਨੀਆਂ ਬੱਚੀਆਂ ਕਿੰਨੀਆਂ ਗਾਵਾਂ। ਪਹਿਲਾਂ ਸਰਕਾਰ ਸਰਵਾ ਕਰਾਵੇ ਸਾਡੀਆਂ ਕਿੰਨੀਆਂ ਗਾਵਾਂ ਮਰੀਆਂ ਕਿੰਨੀਆਂ ਬੱਚੀਆਂ ਮਰੀਆਂ ਉਹ ਕਿਵੇਂ ਸੂਏ ਸੀਗੀਆਂ, ਉਹ ਸਰਵਾ ਕਰਾ ਕੇ ਸਾਹਮਣੇ ਆਵੇ, ਫਿਰ ਬੈਠਾਂਗੇ, ਬੈਠ ਕੇ ਪੈਸੇ ਤੈਅ ਕਰ ਲੈਣ ਵੀ ਸਾਨੂੰ ਕਿੰਨੇ ਦੇਣੇ। ਅੱਜ ਥੜੀ ਸਾਹਿਬ ਅੱਜ ਪਿੰਡਾਂ ਦੇ ਵਿੱਚ ਲੱਖ ਸਵਾ ਲੱਖ ਦੀ ਗਾਂ ਦਾ ਕੋਈ ਗਾਹਕ ਨਹੀਂ ਹੈ। ਅੱਗੇ ਨਾਰਮਲੀ ਇਹ ਹੁੰਦਾ ਹੁਣ ਸੂਆ ਪੈਣੇ ਵਾਲਾ ਜੇ ਕਿਸੇ ਕੋਲ 5-7 ਸੂਣੇ ਵਾਲੀਆਂ ਜਿਹੜੇ ਡੈਰੀ ਫਾਰਮਰ ਨੇ ਜਾਂ ਛੋਟੇ ਲੋਕ ਨੇ ਉਹਨਾਂ ਕੋਲ 1-2 ਸੂਣੇ ਵਾਲੇ ਪਸ਼ੂ ਆ ਉਹ ਅਗਲਾ 1 ਅੱਧਾ ਵੇਚ ਲੈਂਦਾ ਹੁੰਦਾ ਸੀ, 1 ਅੱਧਾ ਦੁੱਧ ਵਾਸਤੇ ਰੱਖ ਹੁੰਦਾ ਸੀ। ਅੱਜ ਜਿਹੜੇ ਲੋਕਾਂ ਨੇ ਉਹ ਆਪਣੀ ਆਰਥਿਕ ਹਾਲਤ ਅੱਗੇ ਚਲਾਉਣ ਵਾਸਤੇ ਖਰਚ ਕਰ ਲੈਂਦੇ। ਅੱਜ ਦਾ ਸਾਡੀ ਜੀ ਜਿਹੜੀ ਲੱਖ ਰੁਪਏ ਦੀ ਗਾਂ ਕੋਈ ਗਾਹਕ ਨਹੀਂ ਹੈ, ਉਹਦਾ ਕਿੱਥੇ ਵੇਚੇ, ਕਿਵੇਂ ਅਸੀਂ ਆਪਣੇ ਖਰਚੇ ਚਲਾਵਾਂਗੇ, ਸਾਨੂੰ ਚਿੰਤਾ ਹੋਈ ਵੀ ਹੈ। ਦੂਜੇ ਪਾਸੇ ਤੁਸੀਂ ਮੈਨੂੰ ਦੱਸੋ ਤੂੜੀ 11.5 ਰੁਪਏ ਕਿਲੋ ਹੋਈ ਵੀ ਹੈ ਜੀ, 1150 ਰੁਪਏ ਕੁਆਂਟਲ ਹੈ। ਜਿਹੜੀ ਫੀਡ ਹੈ ਉਹ 30 ਰੁਪਏ ਕਿਲੋ ਹੋ ਗਈ, ਸੈਲੇਜ ਹੈ ਉਹ 8 ਰੁਪਏ ਕਿਲੋ ਹੋ ਗਿਆ, ਦਵਾਈਆਂ ਦੇ ਰੇਟ ਅਸਮਾਨੀ ਚੜ੍ਹੇ ਹੋਏ ਹੈ। ਤਾਂ ਕਿੱਦਾਂ ਅਸੀਂ ਸਾਨੂੰ ਤਾਂ ਡਰ ਲੱਗਦਾ ਹੈ ਵੀ ਅਸੀਂ ਕਿੱਦਾਂ ਇਹਨਾਂ ਨੂੰ ਕੱਖ ਪਾ ਸਕਾਂਗੇ। ਔਰ ਉਲਟਾ ਆ ਜਿਹੜੀ ਬਿਮਾਰੀ ਆਈ ਹੈ ਇਹਦੇ ਵਿੱਚ ਬਜਾਏ ਸਾਡੇ ਕੋਲ ਪੱਲੇ ਪੈਣ ਦੇ ਹਰੇਕ ਬੰਦੇ ਦਾ ਜੇ ਕੋਈ ਵੱਡਾ ਤਾਂ ਉਹਦਾ ਜ਼ਿਆਦਾ ਖਰਚ ਹੋਇਆ, ਜਿਹੜਾ ਛੋਟਾ ਕੋਈ ਬੰਦਾ ਹੈ 1-2 ਪਸ਼ੂਆਂ ਵਾਲਾ ਉਹ ਵੀ 5-7 ਹਜ਼ਾਰ ਰੁਪਏ ਦੇ ਵਿੱਚ ਉਹ ਵੀ ਆ ਗਿਆ। ਜੇ ਵੱਡਾ ਬੰਦਾ ਉਹ ਤਾਂ 20-50 ਹਜ਼ਾਰ ਦੀ ਉਹਦੇ ਦਵਾਈ ਲੱਗੀ ਹੈ। ਸੋ ਮਤਲਬ ਜਦੋਂ ਇਦਾਂ ਦੀ ਆਫਤ ਆਉਂਦੀ ਹੈ ਜੇ ਸਰਕਾਰਾਂ ਪਿੱਠ ਤੇ ਨਾ ਹੋਣ, ਸਰਕਾਰਾਂ ਗਾਈਡ ਨਾ ਕਰਨ, ਸਰਕਾਰਾਂ ਹੱਲੇਸ਼ੇਰੀ ਨਾ ਦੇਣ ਵੀ ਹਾਂ ਵੀ ਤਕੜੇ ਰਹੋ ਅਸੀਂ ਤੁਹਾਡੇ ਨਾਲ ਖੜੇ ਹਾਂ, ਕਿਉਂਕਿ ਇਹ ਐਡੀ ਵੱਡੀ ਸਾਡੀ ਅਰਥ ਵਿਵਸਥਾ ਦੇ ਸੱਟ ਵੱਜੂ ਥੜੀ ਸਾਹਿਬ। ਅਸੀਂ 8 ਕਰੋੜ ਰੁਪਏ ਦਾ ਦੁੱਧ ਰੋਜ਼ ਵੇਰਕਾ ਨੂੰ ਵੇਚਦੇ ਆ, 8 ਕਰੋੜ ਦਾ, ਮਹੀਨੇ ਦਾ 240 ਕਰੋੜ ਦਾ ਹੋ ਗਿਆ, ਸਾਲ ਦਾ ਘੱਟੋ ਘੱਟ 2900-3000 ਕਰੋੜ ਦਾ ਹੋ ਗਿਆ। ਇਹ ਕੋਈ ਛੋਟਾ ਕੰਮ ਨਹੀਂ। ਫਿਰ ਦੂਜੀ ਗੱਲ, ਅਸੀਂ ਅੱਜ ਘਾਟਾ ਪਾ ਕੇ ਦੁੱਧ ਪੈਦਾ ਕਰਕੇ ਅਸੀਂ ਕੁਆਲਿਟੀ ਦਾ ਦੁੱਧ ਸ਼ਹਿਰ ਵਾਲਿਆਂ ਨੂੰ ਪਿਲਾਉਂਦੇ ਆ। ਅੱਜ ਸ਼ਹਿਰ ਵਾਲਿਆਂ ਨੂੰ ਤਾਂ ਬੇਨਤੀ ਕਰਦੇ ਆ ਸਾਡੇ ਨਾਲ ਖੜੋ। ਅੱਜ ਤੁਸੀਂ ਹਾਂ ਦਾ ਨਾਰਾ ਮਾਰੋ ਵੀ ਜਿਸ ਹਾਲਾਤ ਦੇ ਵਿੱਚ ਅਸੀਂ ਅੱਜ ਦੁੱਧ ਪੈਦਾ ਕਰਦੇ ਆ, ਕਿਤੇ ਮਾੜਾ ਜਿਹਾ ਦੁੱਧ ਦਾ ਰੇਟ ਵੱਧਦਾ ਹੈ ਉਹ ਚਿੰਕਾਂ ਮਾਰਦੇ ਆ। ਜੇ ਅਸਲੀ ਦੁੱਧ ਪੀਣਾ, ਕੁਆਲਿਟੀ ਦਾ ਦੁੱਧ ਪੀਣਾ ਤਾਂ ਵੀਰੋ ਤੁਹਾਨੂੰ ਪੈਸੇ ਥੋੜੇ ਬਹੁਤੇ ਖਰਚ ਕਰਨੇ ਪੈਣੇ, ਨਿਆਣੇ ਅਸੀਂ ਵੀ ਪਾਲਣੇ ਆ। ਇਹ ਤਾਂ ਵੇਰਕਾ ਨੂੰ ਵੀ ਚਾਹੀਦਾ ਸੀਗਾ ਜੀ, ਮਤਲਬ ਕਿ ਨਾਲ ਖੜਦੇ ਬਿਮਾਰੀ ਦੇ ਵਿੱਚ, ਔਰ ਕਿਉਂਕਿ GST ਦੇ ਰੂਪ ਦੇ ਵਿੱਚ ਤਾਂ ਕਰੋੜਾਂ ਰੁਪਏ ਕਮਾ ਲਿਆ ਜਾਂਦਾ ਜੀ, ਉਹਦੇ ਵਿੱਚੋਂ ਨਹੀਂ ਹੋ ਸਕਦਾ ਸੀ ਜੀ ਇਹ? ਦੇਖੋ ਮੇਰੀ ਸੁਣੋ ਗੱਲ, ਅਸੀਂ ਉਹਨਾਂ ਨੂੰ ਅੱਜ ਕਹਿ ਕੇ ਆਏ ਆ ਸਾਡਾ ਜਿਹੜਾ ਇਹਨਾਂ ਦਾ SNF ਕੱਢਣ ਦਾ ਫਾਰਮੂਲਾ ਹੈ ਇਹ 29 ਨਾਲ ਕੱਢਦੇ ਨੇ ਜੀ। ਇਹਦਾ ਜਿਹੜਾ ਫਾਰਮੂਲਾ ਅੱਗੇ ਹੁੰਦਾ ਹੈ, ਜਿਹੜਾ ਅਮੂਲ ਹੈ ਉਹ 44 ਨਾਲ ਕੱਢਦਾ। 44 ਨਾਲ ਕੱਢਣ ਦੇ ਨਾਲ ਸਾਨੂੰ 1 ਲੀਟਰ ਪਿੱਛੇ 36 ਪੈਸੇ ਦਾ ਫਰਕ ਪੈਂਦਾ। ਸਾਡੇ ਜਿਹੜੇ ਦੁੱਧ ਪੇਮੈਂਟ ਆ ਲਗਭਗ 24 ਕਰੋੜ 70 ਲੱਖ ਰੁਪਈਆ 1 ਸਾਲ ਦੇ ਵਿੱਚ ਘੱਟ ਪੇਮੈਂਟ ਹੁੰਦੀ ਹੈ ਇਹ ਅਮੂਲ ਨਾਲੋਂ। ਅਮੂਲ ਨੂੰ ਕਿਉਂ ਨਹੀਂ ਦਿੰਦੇ ਜੀ ਤੁਸੀਂ? ਨਹੀਂ ਅਸੀਂ ਇਹਨਾਂ ਨੂੰ ਜਿਉਂਦੇ ਰੱਖਣਾ ਚਾਹੁੰਦੇ ਹਾਂ। ਸਾਨੂੰ ਅਮੂਲ ਵਾਲਾ ਇਦਾਂ ਜੇ ਅਮੂਲ ਮੋਨੋਪੋਲੀ ਬਣਾ ਲੂਗਾ ਜੀ, ਮੋਨੋਪੋਲੀ ਬਣਾ ਕੇ ਜਿੱਦਣ ਇਹ ਅਦਾਰੇ ਫੇਲ ਹੋ ਗਏ ਉਹਨਾਂ ਅਮੂਲ ਸਾਨੂੰ ਖਾ ਜਾਊਗਾ ਜੀ। ਫਿਰ ਇਹਨਾਂ ਨੂੰ ਵੀ ਪਤਾ ਵੀ ਘਾਟੇ ਦੇ ਬਾਵਜੂਦ ਵੀ ਸਾਡੇ ਨਾਲ ਖੜੇ ਆ ਜੀ, ਇਹ ਨਾਲ ਕਿਉਂ ਨਹੀਂ ਖੜਦੇ? ਨਹੀਂ ਗੱਲ ਘਾਟੇ, ਅਸੀਂ ਇਹ ਅਦਾਰੇ ਤੇ ਤੁਸੀਂ ਤਾਂ ਘਾਟੇ ਦੇ ਬਾਵਜੂਦ ਵੀ ਖੜੇ ਹੋ ਨਾ ਇਹਨਾਂ ਨਾਲ। ਹਾਂ ਅਸੀਂ ਘਾਟੇ ਦੇ ਨਾਲ ਇਸ ਕਰਕੇ ਖੜੇ ਆ, ਇਹ ਅਦਾਰਿਆਂ ਦੇ ਅਸੀਂ ਮਾਲਕ ਹੈ, ਅਸੀਂ ਹਿੱਸੇਦਾਰ ਹੈ। ਅਸੀਂ ਇਹਨਾਂ ਦੀਆਂ ਗਲਤੀਆਂ ਠੀਕ ਕਰਕੇ ਇਹਨਾਂ ਨੂੰ ਲਾਈਨ ਤੇ ਸਹੀ ਕਰਕੇ ਚਲਾਵਾਂਗੇ, ਕਿਉਂਕਿ ਅਸੀਂ ਮੋਨੋਪੋਲੀ ਨਹੀਂ ਕਿਸੇ ਦੀ ਹੋਣ ਦੇਣੀ ਚਾਹੁੰਦੇ। ਜੇ ਅੱਜ ਅਮੂਲ ਦੀ ਮੋਨੋਪੋਲੀ ਹੋ ਜਾਂਦੀ ਹੈ, ਜੇ ਅਮੂਲ ਦੀ ਮੋਨੋਪੋਲੀ ਹੋ ਜਾਂਦੀ ਹੈ ਤਾਂ ਮੁੜ ਕੇ ਫਿਰ ਇਹ ਅਦਾਰੇ ਫੇਲ ਹੋ ਜਾਂਦੇ। ਜੇ ਅਮੂਲ ਅੱਜ ਸਾਨੂੰ ਰੇਟ ਵੱਧ ਦੇ ਦੂਗਾ ਤਾਂ ਮੁੜ ਕੇ ਜੀ ਫਿਰ ਉਹ ਤਾਂ ਸਾਨੂੰ ਸਾਰੀ ਉਮਰ ਲੁੱਟੂਗਾ ਜਾਂ ਉਹਦਾ ਕੋਈ ਕੰਪੀਟੀਟਰ ਨਹੀਂ ਰਹੂਗਾ। ਇਹ ਅਦਾਰੇ ਅਸੀਂ ਸਮਝਦੇ ਹਾਂ, ਅਸੀਂ ਇਹਨਾਂ ਦੇ ਹਿੱਸੇਦਾਰ ਹਾਂ। ਅਸੀਂ ਇਹਨਾਂ ਦੀਆਂ ਅਫਸਰਸ਼ਾਹੀ ਨੂੰ ਅਸੀਂ ਬੇਨਤੀ ਕਰਾਂਗੇ, ਅਸੀਂ ਨੰਗੇ ਕਰਾਂਗੇ ਹੁਣ ਲੋਕਾਂ ਦੇ ਵਿੱਚ। ਜੇ ਕੋਈ ਗਲਤ ਕੰਮ ਕਰੂਗਾ, ਬੇਈਮਾਨੀ ਕਰੂਗਾ, ਇਹ ਉਹਨਾਂ ਲੋਕਾਂ ਦਾ ਪੈਸਾ ਇਹਨਾਂ ਦੇ ਅਦਾਰਿਆਂ ਦੇ ਵਿੱਚ, ਇਹਨਾਂ ਦੇ ਅਫਸਰਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ। ਇਹਨਾਂ ਨੂੰ ਕੋਈ ਸਰਕਾਰ ਪੈਸੇ ਨਹੀਂ ਦਿੰਦੀ। ਸਾਡੇ ਇਸ ਪਲਾਨ 'ਚ ਸਰਕਾਰ ਦਾ ਇੱਕ ਨਵਾਂ ਪੈਸਾ ਸ਼ੇਅਰ ਨਹੀਂ ਹੈ।
ਇਹਨਾਂ ਨੂੰ ਤਨਖਾਹ ਸਾਡੇ ਵੀਰ ਭਰਾ ਭੈਣਾਂ ਸਵੇਰਿਓਂ 4 ਵਜੇ ਉੱਠ ਕੇ ਗੋਹਾ ਕੂੜਾ ਕਰਦੀਆਂ, ਇਹ ਉਹਨਾਂ ਦੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਦੀ ਤਨਖਾਹ ਮਿਲਦੀ ਉਹਨਾਂ ਨੂੰ। ਇਹ ਮਤ ਸਮਝਣ ਵੀ ਕੋਈ ਇਹ ਸਰਕਾਰ ਦਾ ਪੈਸਾ ਹੈ, ਔਰ ਜੇ ਕੋਈ ਬੇਈਮਾਨੀ ਕਰੂਗਾ ਪ੍ਰਮਾਤਮਾ ਮਾਫ ਨਹੀਂ ਕਰੂਗਾ, ਕੀੜੇ ਪੈਣਗੇ ਉਹਨਾਂ ਬੰਦਿਆਂ ਦੇ ਜਿਹੜੇ ਸਾਡੇ ਪੈਸੇ ਨਾਲ ਇਦਾਂ ਕਰਨਗੇ। ਤੁਸੀਂ ਕਿਹਾ ਤੁਸੀਂ ਨੰਗੇ ਕਰੋਗੇ, ਤੁਸੀਂ ਤਾਂ ਨੰਗੇ ਕਰ ਦੋਗੇ, ਸਰਕਾਰਾਂ ਅੱਗੇ ਨੰਗੇ ਕਰਨਗੀਆਂ, ਕਿਉਂਕਿ 8-10 ਕਰੋੜ ਤੁਸੀਂ ਕਹਿੰਦੇ ਫਸਿਆ ਵੀ ਹੋਇਆ ਜੀ ਤੁਹਾਡਾ। ਮੇਰੀ ਸੁਣੋ ਗੱਲ, ਅਸੀਂ ਨੰਗੇ ਕਰਾਂਗੇ, ਸਰਕਾਰਾਂ ਨੂੰ ਸੁਚੇਤ ਕਰਾਂਗੇ, ਨਹੀਂ ਕਰਨਗੇ ਵੇ ਸਾਡੇ ਕੋਲ ਜਿਹੜਾ ਸਾਡਾ ਵਿਰੋਧ ਕਰਨ ਦਾ ਰਾਹ ਹੈ ਉਹ ਤਾਂ ਕਿਤੇ ਰੁਕ ਨਹੀਂ ਨਾ ਗਿਆ। ਜੇ ਅੱਜ ਅਸੀਂ 4 ਦਿਨ 22 ਤਰੀਕ ਤੋਂ ਸਾਡੇ ਭਰਾ ਬੈਠੇ ਹੈ, ਅੱਜ ਸਾਡੀ ਸਰਕਾਰ ਨੇ ਗੱਲ ਸੁਣੀ ਹੈ, ਤਾਂ ਫਿਰ ਅਸੀਂ ਸਰਕਾਰ ਦੇ ਗਲ ਰੱਸਾ ਪਾਵਾਂਗੇ, ਸਰਕਾਰ ਨੂੰ ਅਸੀਂ ਕੋਸਾਂਗੇ ਵੀ ਅਸੀਂ ਤੁਹਾਨੂੰ ਆ ਫਲਾਣੀ ਤਰੀਕ ਨੂੰ ਦੱਸ ਕੇ ਆਏ ਸੀਗੇ ਤਾਂ ਤੁਸੀਂ ਗੋੜੇ 'ਚ ਪੂਣੀ ਨਹੀਂ ਕੱਤੀ। ਜਿਹੜਾ ਕੋਈ ਸਾਨੂੰ ਤਾਂ ਕੋਈ ਇਸ ਤਾਂ ਲੋਕਾਂ ਦੀ ਗੱਲ ਕਰਨੀ, ਆਪਣੇ ਅਦਾਰੇ ਦੀ ਗੱਲ ਕਰਨੀ ਹੈ, ਜੇ ਉਹ ਨਹੀਂ ਕਰਨਗੇ ਤਾਂ ਫਿਰ ਅਸੀਂ ਚੁੱਪ ਕਰਕੇ ਤਾਂ ਬੈਠਾਂਗੇ ਨੇ ਜੀ। ਆ ਤੁਸੀਂ ਗੱਲ ਕਰੀ ਸੀ ਟੈਕਸ ਦੀ, ਆ ਹੁਣੇ GST ਦਾ 3% ਟੈਕਸ ਲਾਇਆ ਜਿਹੜੇ ਫਰੈਸ਼ ਪ੍ਰੋਡਕਟ ਹੈ ਲਿਕੁਇਡ ਮਿਲਕ ਨੂੰ ਛੱਡ ਕੇ, ਤਾਂ ਉਹਦਾ ਲਗਭਗ 15 ਲੱਖ ਰੁਪਈਆ ਪਰ ਡੇ ਆਉਣਾ ਹੈ। 54 ਕਰੋੜ ਰੁਪਈਆ ਇੱਕ ਸਾਲ ਦਾ ਰੈਵਨਿਊ ਸਾਡੇ ਫਰੈਸ਼ ਪ੍ਰੋਡਕਟ 'ਚੋਂ ਜਾਣਾ ਹੈ। ਜੇ ਅੱਜ ਸਰਕਾਰ ਸਾਨੂੰ 5 ਰੁਪਏ, ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਕੇ ਹਟਿਆ ਹੈ ਵੀ ਇਹ ਜਿਹੜੀਆਂ ਦੂਜੀਆਂ ਸਰਕਾਰਾਂ ਨੇ, ਹਰਿਆਣਾ 5 ਰੁਪਏ ਪ੍ਰਤੀ ਲੀਟਰ ਦੇ ਰਹੀ ਹੈ, ਉੱਤਰਾਖੰਡ 3 ਰੁਪਏ ਦੇ ਰਿਹਾ ਹੈ, ਕਰਨਾਟਕਾ 5 ਰੁਪਏ ਦੇ ਰਿਹਾ ਹੈ, ਕੇਰਲਾ 5 ਰੁਪਏ ਦੇ ਰਿਹਾ ਹੈ, ਤੇਲੰਗਾਨਾ 4 ਰੁਪਏ ਦੇ, ਰਾਜਸਥਾਨ 5 ਰੁਪਏ ਦੇ ਰਿਹਾ ਐਡੀਸ਼ਨ। ਜੇ ਉਹ ਸਰਕਾਰਾਂ ਦੇ ਸਕਦੀਆਂ ਤਾਂ ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ? ਸਾਡੀ ਜੇ ਪੰਜਾਬ ਸਰਕਾਰ ਇਹ ਸਾਨੂੰ 6 ਮਹੀਨੇ ਦਿੰਦੀ ਹੈ, 135 ਕਰੋੜ ਰੁਪਏ ਦਾ ਪਾਰ ਪੈਂਦਾ। 135 ਕਰੋੜ ਉਹਨਾਂ ਲੋਕਾਂ ਕੋਲ ਜਾਣਾ ਜਿਹੜੇ ਦੁੱਧ ਦਾ ਕੰਮ ਕਰਦੇ ਨੇ। ਤਾਂ ਜੇ ਉਹ ਨਹੀਂ ਦੇਣਗੇ ਜੀ, ਅਸੀਂ ਲੋਕ ਦੁੱਧ ਦਾ ਧੰਦਾ ਛੱਡ ਦਾਂਗੇ, ਫਿਰ ਸਰਕਾਰਾਂ ਜਾਣ, ਦੁੱਧ ਪੀਣ ਵਾਲੇ ਜਾਣ, ਵੀ ਉਹਨਾਂ ਨੇ ਕਿਵੇਂ ਸਮਾਂ ਕੱਟਣਾ। ਘਾਟੇ ਦਾ ਕੰਮ ਕੋਈ ਕਿੰਨਾ ਚਿਰ ਕਰ ਸਕਦਾ। ਮੈਂ ਆਪਣੇ ਹੁੰਦੇ ਮੈਂ ਇੱਥੇ ਚੇਅਰਮੈਨ ਰਿਹਾ, ਮੈਨੂੰ ਸੌਮਾ ਮਿਲਿਆ, ਮੇਰੇ ਲੋਕਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਮੈਂ ਸਰਵੇ ਕਰਵਾਇਆ, ਤਾਂ ਲਗਭਗ ਉਸ ਟਾਈਮ ਮੈਨੂੰ ਜੇ ਠੀਕ ਯਾਦ ਹੈ 250 ਕਮਰਸ਼ੀਅਲ ਡੈਰੀ ਫਾਰਮ ਬੰਦ ਹੋ ਗਏ ਸੀਗੇ। ਮੈਨੂੰ ਅੱਜ ਵੀ ਯਾਦ ਹੈ ਸਰਬਜੀਤ ਸਿੰਘ ਧਾਲੀਵਾਲ ਤਾਂ ਤੁਹਾਡੇ ਇੰਗਲਿਸ਼ ਟ੍ਰਿਬਿਊਨ 'ਚ ਹੁੰਦੇ ਸੀ, ਉਹਨਾਂ ਨੂੰ ਨਾਲ ਲੈ ਕੇ ਸਰਵੇ ਕਰਵਾਇਆ। ਡੈਰੀ ਫਾਰਮਾਂ ਦੇ ਸ਼ੈੱਡ ਖੜੇ ਆ, ਵਿੱਚ ਪਸ਼ੂ ਇੱਕ ਵੀ ਨਹੀਂ ਹੈ। ਤਾਂ ਉਹ ਲੋਕਾਂ ਨੇ ਜਿਹੜੇ ਡੈਰੀ ਫਾਰਮ ਬੰਦ ਹੋਏ, ਉਹਨਾਂ ਨੇ ਜ਼ਮੀਨਾਂ ਵੇਚ ਕੇ ਉਹਨਾਂ ਦੇ ਲੋਨ ਤਾਰੇ ਹੈ, ਵੀ ਜਿੱਥੇ ਜਿਹੜੇ ਸਾਡੇ ਟੌਪ ਦੇ ਡੈਰੀ ਫਾਰਮ ਸੀ ਇੱਥੇ ਸਾਡੇ ਰੋਪੜ ਦੇ ਵਿੱਚ ਇਸ ਮਿਲਕ ਪਲਾਂਟ ਦੇ ਅੰਦਰ, ਅੱਜ ਉਹ ਬੰਦ ਪਏ ਨੇ। ਸੋ ਜੇ ਇੱਦਾਂ ਇਹ ਰੁਝਾਨ ਜੇ ਹੋਊਗਾ ਤਾਂ ਅਸੀਂ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਇੱਧਰ ਰੁਚਿਤ ਕਰਾਂਗੇ? ਅੱਜ ਸਾਡਾ ਕਿਸਾਨਾਂ ਦਾ ਕੋਈ ਨਵਾਂ ਬੱਚਾ ਇੱਧਰ ਨੂੰ ਮੂੰਹ ਕਰਨ ਨੂੰ ਰਾਜੀ ਨਹੀਂ ਹੈ, ਔਰ ਲੋਕ ਇਹ ਸੋਚਣ ਵਾਸਤੇ ਮਜਬੂਰ ਹੋ ਗਏ। ਤਾਂ ਸਾਡੇ ਪਿੰਡ ਪ੍ਰਧਾਨ ਜੀ ਦਾ ਪਿੰਡ ਬਹਿਰਾਮਪੁਰ ਹੈ ਵਸੀ ਦੇ ਨਾਲ, ਇੱਕ ਛੋਟਾ ਜ਼ਿਮੀਂਦਾਰ ਸੀਗਾ, ਉਹਨੇ ਬਾਹਰ ਜਾਣ ਦਾ ਵਿਚਾਰ ਛੱਡ ਕੇ 20 ਗਾਵਾਂ ਤੇ ਕੰਮ ਸ਼ੁਰੂ ਕਰ ਲਿਆ। ਕਿੰਨੇ 9 ਮਰ ਗਿਆ ਜੀ, ਉਸ ਬੰਦੇ ਦੀਆਂ 9 ਗਾਵਾਂ ਮਰ ਗਈਆਂ। 9 ਗਾਵਾਂ, ਤੁਸੀਂ ਦੱਸੋ ਉਹ ਬੰਦੇ ਦਾ ਅੱਜ ਘਰ ਕੀ ਹਾਲ ਹੋਊਗਾ? ਇਹਨਾਂ ਦੇ 2 ਬੱਚੇ ਸੀਗੇ, ਇੱਕ ਬੱਚੇ ਨੂੰ ਬਾਹਰ ਭੇਜਣ ਵਾਸਤੇ ਮਨ ਬਣਾਈ ਬੈਠੇ ਆ। ਨਹੀਂ ਤੇ ਪਹਿਲਾਂ ਇਹ ਸੀਗਾ ਵੀ ਮੇਰੇ 2 ਬੱਚੇ ਕੰਮ ਕਰਦੇ ਆ ਫਸਟ ਕਲਾਸ ਇਹਨਾਂ ਦਾ ਕੰਮ। ਔਰ ਮੇਰਾ ਕਹਿ ਲਿਆ ਵੀ ਇੱਕ ਬ੍ਰਹਮਪੁਰ ਨਮੂਨੇ ਦਾ ਪਿੰਡ ਹੈ, ਜਿਹਦੇ ਸਾਰੇ ਹੀ ਪਿੰਡ ਕਣਕ ਵੱਢ ਕੇ ਮੱਕੀ ਬੀਜ ਕੇ ਉਹਦਾ ਸੈਲੇਜ ਬਣਾ ਕੇ ਫਿਰ ਜੀਰੀ ਲਾਉਂਦਾ। ਔਰ ਇਹਨਾਂ ਦੇ ਇੱਕ ਵੀ ਬੰਦਾ ਇਹਨਾਂ ਦੇ ਪਿੰਡ 'ਚੋਂ ਬਾਹਰ ਨਹੀਂ ਸੀਗਾ, ਸਾਰੇ ਬੰਦੇ ਦੁੱਧ ਦਾ ਕੰਮ ਕਰਦੇ ਸੀ। ਜਦੋਂ ਆਫਤ ਆਈ ਹੈ ਤਾਂ ਇਹਨਾਂ ਦਾ ਵੀ ਮਨ ਚੇਂਜ ਹੋ ਗਿਆ। ਸੋ ਮੇਰਾ ਕਹਿਣ ਦਾ ਭਾਵ ਵੀ ਸਾਡੇ ਬੱਚੇ ਤਾਂ ਪਹਿਲੇ ਹੀ ਕੰਮ ਕਰਕੇ ਰਾਜੀ ਨਹੀਂ। ਜਿਹੜਾ ਘਾਟਾ ਹੈ ਅਸੀਂ ਕਿੱਦਾਂ ਉਹ ਘਾਟੇ 'ਚ ਪਾ ਕੇ ਅਸੀਂ ਦੁੱਧ ਦਾ ਧੰਦਾ ਕਰਾਂਗੇ? ਇਹ ਤੁਸੀਂ ਕੀ ਮੰਨਦੇ ਹੋ? 3.5 ਰੁਪਏ ਦੀ ਗੱਲ ਕਹਿ ਦਿੱਤੀ ਜਾਂਦੀ ਹੈ, ਦੇਣ ਦੀ ਗੱਲ ਕਹੀ ਜਾਂਦੀ ਹੈ ਸਰਕਾਰਾਂ ਵੱਲੋਂ 21 ਮਈ ਨੂੰ। ਉਸ ਤੋਂ ਇਲਾਵਾ 35 ਰੁਪਏ ਦੀ ਫੈਟ ਦੀ ਗੱਲ ਆ ਜਾਂਦੀ ਹੈ ਪ੍ਰਤੀ ਕਿਲੋ ਦੀ ਜੀ। ਤੇ ਇਹ ਸਰਕਾਰਾਂ ਕੀ ਕੈਲਕੂਲੇਸ਼ਨ ਕਰਨ ਤੋਂ ਬਿਨਾਂ ਹੀ ਮਤਲਬ ਕਿ ਕਰ ਦਿੰਦੀਆਂ ਜੀ ਐਲਾਨ? ਨਹੀਂ ਜੀ, ਦਰਅਸਲ ਗੱਲ ਇੱਕ ਹੋਰ ਹੈ ਜੀ, ਜਿਹੜੀ ਸਾਡੇ ਦਰਅਸਲ ਇਹ ਹੈ ਜੀ, ਜਿਹੜੇ ਸਾਡੇ ਅਫਸਰ ਨੇ, ਸਾਡੇ ਲੋਕ ਨੇ, ਜਦੋਂ ਉਹਨਾਂ ਦੀ ਲੋਕਾਂ ਦੇ ਇਸ਼ੂ ਤੇ ਗ੍ਰਿਪ ਨਹੀਂ ਹੁੰਦੀ ਉਦੋਂ ਗੱਲ ਬਣਦੀ ਨਹੀਂ ਹੈ। ਹਰਿਆਣੇ ਨੇ ਗੰਨੇ 'ਚ ਬਜਟ ਪ੍ਰੋਵੀਜ਼ਨ ਕੀਤੀ ਵੀ ਹੈ, ਉਹਨਾਂ ਨੂੰ ਘਾਟਾ ਪੈਂਦਾ ਹੈ। ਸ਼ੂਗਰ ਮਿੱਲਾਂ ਨੂੰ ਸਰਕਾਰ ਆਪਣੇ ਬਜਟ 'ਚੋਂ ਪੈਸੇ ਦਿੰਦੀ ਹੈ, ਉਹ ਪੇਮੈਂਟ ਕਲੀਅਰ ਹੋ ਜਾਂਦੀ ਹੈ, ਕਿਸਾਨ ਆਪਣੇ ਘਰ ਬੈਠਾ। ਤੁਹਾਡੇ ਪੰਜਾਬ ਦੇ ਵਿੱਚ ਸਾਡੇ ਭਰਾ ਫਗਵਾੜੇ ਬੈਠੇ ਧਰਨਾ ਲਾਏ, ਪਿਛਲੇ ਸਾਲਾਂ ਦੇ ਪੈਸੇ ਨਹੀਂ ਮਿਲੇ ਹੈ। ਜੇ ਸਰਕਾਰਾਂ ਬਜਟ ਪ੍ਰੋਵੀਜ਼ਨ ਕਰਨ, ਇਹ ਦੁੱਧ ਦੀ ਪ੍ਰੋਵੀਜ਼ਨ ਕਰਨ, ਕੋਈ ਪ੍ਰੋਬਲਮ ਹੀ ਨਹੀਂ ਹੈ। ਆ ਤੁਹਾਨੂੰ ਮੈਂ 6 ਸਰਕਾਰਾਂ ਦਿਖਾ ਦੀਆਂ, ਸਾਡੀ ਤਾਂ ਉਹਨਾਂ ਸਟੇਟਾਂ ਨਾਲੋਂ ਕਿਤੇ ਸਾਡੀ ਧਰਤੀ ਫਰਟਾਈਲ ਹੈ, ਲੋਕ ਉਦਮੀ ਹੈ, ਮਿਹਨਤੀ ਹੈ। ਜੇ ਉਹ ਸਰਕਾਰਾਂ ਦੇ ਸਕਦੀਆਂ ਤਾਂ ਸਾਨੂੰ ਕੀ ਹੋਇਆ? ਜੇ ਰਾਜਸਥਾਨ 5 ਰੁਪਏ ਦੇ ਸਕਦੀ ਹੈ ਤਾਂ ਸਾਡਿਆਂ ਨੂੰ ਕੀ ਹੋਇਆ?
ਮਤਲਬ ਕਿ ਜੇ ਇੱਥੇ ਲੋਕਾਂ ਨੂੰ ਤਾਂ ਨਹੀਂ ਦਿੱਤੇ ਜਾਂਦੇ, ਅਖਬਾਰਾਂ ਦੇ ਵਿੱਚ ਵੱਡੇ ਵੱਡੇ ਐਡ ਲਗਾ ਕੇ ਕਰੋੜਾਂ ਰੁਪਏ ਖਰਚ ਦਿੱਤਾ ਜਾਂਦਾ ਮਹੀਨੇ ਦਾ, ਤੇ ਉਹ ਫਿਰ ਦਿਖਾਵਾ ਨਾ ਕਰੋ ਲੋਕਾਂ ਨੂੰ। ਜਿਹੜਾ ਇਹੀ ਪੈਸਾ ਜੇ ਲੋਕਾਂ ਦੇ ਖਰਚੇ ਜਾਵੇ ਆਪਣੇ ਆਪ ਦਿਖੇਗਾ ਜੀ ਲੋਕਾਂ ਨੂੰ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ। ਐਡ ਦੇ ਨਾਂ ਦੇ ਉੱਤੇ ਕਰੋੜਾਂ ਰੁਪਇਆ ਖਰਚ ਹੁੰਦਾ। ਅਸੀਂ ਕਹਿੰਦੇ ਹਾਂ, ਅਸੀਂ ਤਾਂ ਇਹ ਉਮੀਦ ਕਰਦੇ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਉਮੀਦਾਂ, ਹਾਲੇ ਵੀ ਸਾਡੀਆਂ ਉਮੀਦਾਂ ਟੁੱਟੀਆਂ ਨਹੀਂ। ਅੱਜ ਭਗਵੰਤ ਮਾਨ ਦੀ ਜਿਹੜੀ ਮੀਟਿੰਗ ਸੀ ਬੜੀ ਪੋਜ਼ਿਟਿਵ ਸੀ। ਉਹਨਾਂ ਨੇ ਗੱਲਾਂ ਨੂੰ ਤੋਂ ਬੜੇ ਧਿਆਨ ਨਾਲ ਸੁਣਿਆ, ਸਹਿਮਤੀ ਪ੍ਰਗਟ ਕੀਤੀ ਹੈ। ਹੁਣ ਇਹ ਦੇਖਦੇ ਆ ਵੀ ਜਿਹੜੀਆਂ ਸਾਡੀਆਂ ਬਾਕੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਅਮਲੀ ਜਾਮਾ ਪਨਾਉਣ ਵਾਸਤੇ ਕੀ ਕਰਦੇ ਆ। ਜੇ ਇਹ ਹੈਗਾ ਵੀ ਇੱਕ ਸੁਣ ਲਈ ਹਾਂਜੀ ਹਾਂਜੀ ਕਰਤਾ, ਠੀਕ ਹੈ ਜੀ ਠੀਕ ਹੈ, ਜੇ ਇੰਪਲੀਮੈਂਟ, ਕਿਉਂ ਸਾਡੀ ਕੋਈ ਆਪਣੀ ਨਿੱਜਤੀ ਤਾਂ ਹੈ ਨਹੀਂ ਜੀ, ਸਾਡੀ ਤਾਂ ਸਿਸਟਮ ਠੀਕ ਕਰਨ ਦੀ ਡਿਮਾਂਡ ਹੈ। ਅੱਜ 8 ਤੋਂ 10 ਕਰੋੜ ਰੁਪਈਆ, ਜੇ ਸਾਡਾ 8 ਤੇ 10 ਕਰੋੜ ਰੁਪਈਆ ਹੁੰਦਾ, ਸਾਡਾ ਪਲਾਂਟ ਇੰਡੀਪੈਂਡੈਂਟ ਹੈ, ਸਾਡਾ ਬੋਰਡ ਆਪਣੇ ਤੌਰ ਤੇ ਫੈਸਲੇ ਲੈ ਸਕਦਾ। ਸਾਡਾ ਬੋਰਡ ਫੈਸਲਾ ਕਰਦਾ ਵੀ 810 ਕਰੋੜ ਰੁਪਇਆ ਅਸੀਂ ਆਪਣੇ ਪਲਾਂਟ ਦੇ ਪੂਰੇ ਮਿਲਕ ਸ਼ੈਡ ਏਰੀਏ ਦੇ ਵਿੱਚ, ਸਾਡਾ ਰੋਪੜ ਆ ਗਿਆ, ਮੋਹਾਲੀ ਆ ਗਿਆ, ਫਤਿਹਗੜ੍ਹ ਸਾਹਿਬ ਆ ਗਿਆ, ਅਸੀਂ ਇੱਥੇ ਖਰਚ ਕਰਨਾ, ਕੋਈ ਕਾਨੂੰਨ ਨਹੀਂ ਰੋਕਦਾ ਹੈ ਉਹਨਾਂ ਨੂੰ, ਨਥਿੰਗ। ਬਲ ਤਾਂ ਸਾਡੀ ਅਵੇਅਰਨੈਸ ਦੀ ਹੈ, ਸਾਡੀ ਜਾਗ੍ਰਿਤੀ ਦੀ ਹੈ। ਮੈਂ ਕੀਤਾ ਜੀ, ਮੈਂ ਕੁਦਰਤੀ ਆਫਤ ਦੇ ਸੀਗਾ, ਜਿੰਨਾ ਕੁ ਸਾਡਾ ਬਜਟ ਹੈ, ਝੱਲੀਆਂ ਕਲਾਂ ਆਪਣੇ ਅੱਗ ਲੱਗ ਗਈ ਸੀ ਰੋਪੜ ਦੇ ਕੋਲ, ਮੈਂ ਉੱਥੇ ਗਿਆ ਤਾਂ ਮੈਨੂੰ ਬੜੀ ਤਕਲੀਫ ਹੋਈ ਜਦੋਂ ਮੈਂ ਦੇਖਿਆ ਉਹਨਾਂ ਦੇ 5 ਪਸ਼ੂ ਜਲ ਗਏ। ਮੈਂ ਅਗਲੀ ਬੋਰਡ ਮੀਟਿੰਗ ਦੇ ਵਿੱਚ ਇਹ ਪਾਸ ਕੀਤਾ ਵੀ ਜਿਹੜੀ ਕੁਦਰਤੀ ਆਫਤ ਹੈ ਕੋਈ, ਜੇ ਉਹਦੇ 'ਚ ਕੋਈ ਪਸ਼ੂ ਮਰਦੇ ਆ ਤਾਂ ਅਸੀਂ 25,000 ਰੁਪਇਆ ਪਰ ਪਸ਼ੂ 5 ਪਸ਼ੂਆਂ ਦਾ ਦੇਵਾਂਗੇ। ਅੱਜ ਵੀ ਚੱਲਦੀ ਹੈ, ਪੰਜਾਬ ਦੇ ਕਿਸੇ ਪਲਾਂਟ 'ਚ ਨਹੀਂ ਹੈ। ਜੇ ਅਸੀਂ ਉਹਨਾਂ ਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਨਾ ਨਾ ਨਾ, ਸਾਨੂੰ ਰੱਬ ਤੇ ਡਰ ਕੇ ਅਸੀਂ ਕਿੱਥੇ ਲੇਖੇ ਦੇਵਾਂਗੇ ਜੇ ਅਸੀਂ ਝੂਠ ਬੋਲ ਕੇ ਪੈਸੇ ਲਵਾਂਗੇ। ਜੇ ਕੋਈ ਕਿਸੇ ਦੇ ਆਫਤ ਆਉਂਦੀ ਆ, ਮੇਰੇ ਮਨ 'ਚ ਇੰਨਾ ਸੀ ਵੀ ਜੇ ਥੋੜ੍ਹੀ ਜਿਹੀ ਪਲਾਂਟ ਮਦਦ ਕਰ ਦੇਵੇ, ਬਾਕੀ 4 ਬੰਦਾ ਉਹ ਪੈਸੇ ਆਪਣੇ ਘਰੋਂ ਪਾ ਲਵੇ ਤਾਂ ਮੁੜ ਕੇ ਰੋਟੀ ਖਾਂਦਾ ਹੋ ਜਾਵੇ। ਅੱਜ ਵੀ ਮੇਰੇ ਯਾਦ ਹੈ ਤਾਂ ਉਹ ਸਕੀਮ ਚੱਲੀ। ਤਾਂ ਜੇ ਇਸੇ ਤਰ੍ਹਾਂ ਸਰਕਾਰ ਚਾਹੇ ਤਾਂ ਕਿਆ ਨਹੀਂ ਹੋ ਸਕਦਾ। ਪਲਾਂਟ ਨੂੰ ਚਾਹੀਦਾ ਜੀ ਜਿੰਨੇ ਵੀ ਉਹਨਾਂ ਦੇ ਆਪਣੇ ਸਾਡੇ ਪਸ਼ੂ ਹੈ ਮਿਲਕ ਸ਼ੈਡ ਏਰੀਏ ਤੇ, ਉਹ ਬੀਮੇ ਕਰਾਵੇ, ਇਹ ਪ੍ਰੀਮੀਅਮ ਇਹ ਦੇ ਦੇਣ। ਅਸੀਂ ਤਾਂ ਕਹਿਣਗੇ ਘਰ ਦੇ ਮਾਲਕ ਦਾ ਵੀ ਬੀਮਾ ਨਾਲ ਕਰਾਉਣ, ਕਿੱਡੀ ਕੁ ਵੱਡੀ ਗੱਲ ਹੈ ਜੀ ਇਹ। ਤੁਹਾਡੀਆਂ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਜੀ ਹੁਣ? ਦੇਖੋ ਸਾਡੀਆਂ ਸਾਰੀਆਂ ਮਤਲਬ ਬਹੁਤ ਪੋਜ਼ਿਟਿਵ ਸੀ। ਜਿਹੜੀਆਂ 2-3 ਮੰਗਾਂ ਨੇ ਉਹ ਤਾਂ ਉਹਨਾਂ ਨੇ ਕਹਿਤਾ ਵੀ ਹਾਂ ਰੇਟ ਲਾਗੂ ਕਰਤਾ। ਜਿਹੜਾ ਪਿਛਲਾ ਸਾਡਾ ਏਰੀਅਰ ਦੇਣਾ ਹੈ ਉਹਦੇ ਤੇ ਸਹਿਮਤੀ ਹੋਗੀ ਵੀ ਇਹ ਗੰਨੇ ਦੀ ਪੇਮੈਂਟ ਕਰਕੇ ਮੈਂ ਅਗਲੀ ਕਿਸ਼ਤ ਦੇ ਵਿੱਚ ਜਿਹੜਾ ਪਿਛਲਾ ਏਰੀਅਰ ਸਾਡਾ ਹੈ। ਵਿੱਤ ਮੰਤਰੀ ਸਾਹਿਬ ਸੀਗੇ ਮੀਟਿੰਗ 'ਚ ਜੀ? ਵਿੱਤ ਮੰਤਰੀ ਸਾਹਿਬ ਨਹੀਂ ਸੀ, ਵਿੱਤ ਸੈਕਟਰੀ ਸਾਹਿਬ ਸੀਗੇ, ਮਿਸਟਰ ਸਿਨਹਾ ਸੀਗੇ, ਤੇ ਐਮਡੀ ਮਿਲਕ ਸੈਡ ਸੀਗੇ, ਰਵੀ ਭਗਤ ਜੀ ਸੀਗੇ, ਤਾਂ ਕਾਫੀ ਅਫਸਰ ਸੀਗੇ। ਪਿਛਲੀ ਸਰਕਾਰ ਵਾਂਗੂ ਮਨਪ੍ਰੀਤ ਜੀ ਵਾਂਗੂ ਵਿੱਤ ਮੰਤਰੀ ਸਾਹਿਬ ਕਹਿ ਦੇਣ ਵੀ ਖਜ਼ਾਨਾ ਖਾਲੀ ਹੈ? ਕੋਈ ਨਹੀਂ ਜੀ, ਫਿਰ ਜੇ ਉਹ ਇੱਕ ਖਜ਼ਾਨਾ ਖਾਲੀ ਕਹਿੰਦੇ ਫਿਰ ਤੁਸੀਂ ਵੀ ਇੱਥੇ ਆ, ਸਾਡੇ ਕੋਲ ਤੱਪੜ ਫੇਰ ਹੈਗੇ ਆ ਜੇ ਅਸੀਂ ਫੇਰ ਆ ਕੇ ਬੈਠਾ। ਜੇ ਦੇਖੋ ਗੱਲ ਸਮਝੋ ਜੀ, ਜੇ ਸਰਕਾਰਾਂ ਆਪਣੇ ਵਾਅਦਿਆਂ ਤੋਂ ਮੁੱਕਰਨ, ਉਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਜਾਵੇ ਤਾਂ ਉਹ ਸਰਕਾਰਾਂ ਚੱਲ ਨਹੀਂ ਸਕਦੀਆਂ। ਬੜੀ ਸਾਫ਼ ਗੱਲ ਹੈ। ਗੱਲ ਜਵਾਨ ਔਰ ਵਫਾਦਾਰੀ ਦੀ ਹੁੰਦੀ ਹੈ। ਉਹਨਾਂ ਨੇ ਜਿਸ ਹਿਸਾਬ ਨਾਲ ਮੀਟਿੰਗ ਕੀਤੀ ਹੈ, ਜਿਸ ਹਿਸਾਬ ਨਾਲ ਉਹਨਾਂ ਨੇ ਸੁਣਿਆ, ਤਹੱਮਲ ਨਾਲ, ਸਹਿਣਸ਼ੀਲਤਾ ਨਾਲ, ਤਾਂ ਉਹਦੇ ਨਾਲ ਸਾਨੂੰ ਇਹ ਝਲਕਦਾ ਹੈ ਵੀ ਜੇ ਉਹ ਇਸੇ ਤਰ੍ਹਾਂ ਕਰਨਗੇ ਤਾਂ ਉਹਨਾਂ ਕੋਆਪਰੇਟ ਵਾਸਤੇ ਵੀ ਸੁਧਾਰ ਦੀ ਗੱਲ ਕੀਤੀ ਵੀ ਹੇਠਲੇ ਲੈਵਲ ਤੇ ਸਰਕਾਰੀ ਮੂਵਮੈਂਟ ਹੋਗੀ, ਸਹਿਕਾਰਤਾ ਨਹੀਂ ਰਹੀ। ਇਹ ਸਾਡੀਆਂ ਜਿਹੜੀਆਂ ਐਗਰੀਕਲਚਰ ਸਰਵਿਸ ਸੁਸਾਇਟੀਆਂ, ਤੁਸੀਂ ਥਲੇ ਜੀ ਬੈਟਰ ਜਾਣਦੇ ਹੋ, ਸਾਡੀਆਂ ਮਿਲਕ ਸੁਸਾਇਟੀਆਂ, ਸਾਡੀਆਂ ਮਿੱਲਾਂ, ਵੀ ਜੇ ਤੁਸੀਂ ਇਹਨਾਂ ਨੂੰ ਠੀਕ ਕਰਨਾ ਹੈ, ਅੱਜ ਅਫਸਰਸ਼ਾਹੀ ਦਾ ਰਾਜ ਹੈ, ਤੁਹਾਡੇ ਕੋਲ ਮਹਿਕਮਾ, ਤੁਸੀਂ ਕੋਆਪਰੇਟਿਵ ਨਾਲ ਜੁੜੇ ਹੋਏ ਲੋਕਾਂ ਦੀ ਮੀਟਿੰਗ ਬੁਲਾਓ ਤਾਂ ਕਿ ਉਹਨਾਂ ਨੂੰ ਡਰ ਪੈਦਾ ਹੋਵੇ ਵੀ ਜੇ ਅਸੀਂ ਕੋਈ ਕੰਮ ਨਾ ਕਰਿਆ ਤਾਂ ਸਾਡੀ ਸੀਐਮ ਸਾਹਿਬ ਕੋਲ ਸ਼ਿਕਾਇਤ ਹੋਊਗੀ। ਉਹਨੂੰ ਮੰਨੇ ਆ ਵੀ ਹਾਂ ਠੀਕ ਹੈ ਮੈਂ ਕਰਦਾ, ਬਾਕੀ ਅਗਲਾ ਕਰਨਾ ਨਾ ਕਰਨਾ ਤਾਂ ਉਹਨਾਂ ਦਾ ਕੰਮ ਹੈ। ਪਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਜਿੰਨਾ ਚਿਰ ਜਾਨ 'ਚ ਜਾਨ ਹੈ, ਇਮਾਨਦਾਰੀ ਨਾਲ, ਦਿਆਨਦਾਰੀ ਨਾਲ, ਲਗਨ ਨਾਲ, ਕੋਈ ਮਸਲਾ ਨਹੀਂ, ਖੁੱਲ੍ਹਾ ਸੱਦਾ ਦਿੰਦੇ ਆ। ਜਿਹੜਾ ਵੀ ਕੋਈ ਪਿੰਡਾਂ 'ਚ ਵਸਦੇ ਲੋਕਾਂ ਦੀ ਆਰਥਿਕ ਹਾਲਤ ਬਿਹਤਰ ਕਰਨ ਵਾਸਤੇ, ਜਿਹੜੇ ਸਾਡੇ ਕਿਸੇ ਵੀ ਜਾਤ ਬਰਾਦਰੀ ਨਾਲ ਵਸਦੇ ਆ, ਉਹ ਲੋਕ ਅੱਗੇ ਆ ਕੇ ਸੰਗਠਿਤ ਹੋ ਕੇ ਤੁਸੀਂ ਹਾਂ ਦਾ ਨਾਰਾ ਮਾਰੋ, ਅਸੀਂ ਤੁਹਾਡੇ ਪਿੱਛੇ ਤੁਹਾਡਾ ਲੜ ਫੜ ਕੇ ਤੁਰਨ ਤਿਆਰ। ਇੱਕ ਗੱਲ ਤੁਸੀਂ ਵਿੱਚ ਨਕਲੀ ਦੁੱਧ ਦੀ ਕੀਤੀ ਹੈ, ਨਕਲੀ ਜਿਹੜੇ ਬਣਦੇ ਆ ਪ੍ਰੋਡਕਟ ਦੁੱਧ ਤੋਂ, ਇਹ ਰੋਕੇ ਕਿਵੇਂ ਜਾਣ? ਕਿਉਂਕਿ ਖਪਤਕਾਰ ਵੱਧ ਨੇ ਜੀ, ਉਤਪਾਦਨ ਘੱਟ ਹੈ, ਫਿਰ ਇਹਨੂੰ ਰੋਕਿਆ ਕਿਵੇਂ ਜਾਊਗਾ? ਪੂਰਤੀ ਕਿਵੇਂ ਹੋਵੇ ਜੀ? ਚਲੇ ਜੀ, ਮੈਂ ਆਪਣੇ ਸਮੇਂ ਦੇ ਵਿੱਚ ਰਾਤਾਂ ਨੂੰ ਗੱਡੀਆਂ ਫੜ ਕੇ ਪਰਚੇ ਦਰਜ ਕਰਵਾਏ ਆ। ਅੱਜ ਵੀ ਸੀਐਮ ਸਾਹਿਬ ਨੂੰ ਕਹਿ ਕੇ ਆਇਆ, ਰਾਤਾਂ ਨੂੰ ਗੱਡੀਆਂ ਫੜੀਆਂ ਜਿਹੜੀਆਂ ਦੁੱਧ ਇੱਥੇ ਆਉਂਦਾ ਤਾਂ ਮਿਲਾਵਟ ਕਰਦੇ ਸੀ, ਉਹਨਾਂ ਦੇ ਪਰਚੇ ਦਰਜ ਕਰਾਏ ਆ। ਅੱਜ ਵੀ ਕੇਸ ਚੱਲਦੇ ਨੇ, ਉਹ ਮੈਂ ਤਰੀਕਾਂ ਭੁਗਤਦਾ ਅੱਜ ਵੀ ਉਹਨਾਂ ਕੇਸਾਂ ਦੇ। 8 ਸਾਲ ਬਾਅਦ ਜਿਹੜੇ ਮਿਲਕ ਦੇ ਐਡਾ ਵੱਡਾ ਇਹਨਾਂ ਕੋਲ ਨੈਟਵਰਕ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਫਲਾਣੇ ਕੇਸ ਦੀ ਕਿਹੜੀ ਤਰੀਕ ਹੈ। ਕੋਈ ਔਖੀ ਗੱਲ ਨਹੀਂ ਹੈ, ਇਹਨਾਂ ਕੋਲ ਐਡੀਆਂ ਵੱਡੀਆਂ
ਇਹਨਾਂ ਕੋਲ ਟੀਮਾਂ ਹੈ। ਜੇ ਇਹ ਚਾਹੁਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਸ ਤਰ੍ਹਾਂ ਕਹਿੰਦੇ ਆ ਜੇ ਪੁਲਿਸ ਚਾਹਵੇ ਤਾਂ ਸ਼ਾਮ ਨੂੰ ਇੱਕ ਕੈਮਿਸਟ ਦੀ ਦੁਕਾਨ ਤੋਂ ਇੱਕ ਕੋਈ ਗੋਲੀ ਨਹੀਂ ਮਿਲ ਸਕਦੀ ਕੋਈ ਐਦਾਂ ਦੀ। ਜੇ ਇਹ ਚਾਹੁਣ ਤਾਂ ਕੋਈ ਇਹੀ ਜਿਹੀ ਦੁਨੀਆ ਦੀ ਤਾਕਤ ਨਹੀਂ ਹੈ ਵੀ ਇਹ ਠੀਕ ਨਹੀਂ ਹੋ ਸਕਦਾ। ਸਾਡੀ ਦ੍ਰਿੜਤਾ ਚਾਹੀਦੀ ਹੈ। ਮੈਂ ਪਰਚੇ ਦਰਜ ਕਰਵਾਇਆ, ਹੈਲਥ ਡਿਪਾਰਟਮੈਂਟ ਸੀਗਾ, ਇੱਕ ਪਰਚਾ ਮੈਂ ਜਾ ਕੇ ਪਸਿਆਣੇ ਦਰਜ ਕਰਾਇਆ, ਟੰਡਰੀਆਂ ਦੇ ਗੁਰਦੁਆਰੇ ਰਾਤ ਨੂੰ ਗੱਡੀ ਫੜੀ। ਦੂਆ ਪਰਚਾ ਖਮਾਣੋਂ ਦਰਜ ਕਰਾਇਆ ਰੈੱਡ ਹੈਂਡਡ, ਉਹ ਮੈਂ ਪੰਚਕੋਹੇ ਗੱਡੀ ਫੜੀ, ਡਿਪਟੀ ਕਮਿਸ਼ਨਰ ਮਿਸਟਰ ਸੰਘਾ ਸੀ ਫਤਿਹਗੜ੍ਹ ਸਾਹਿਬ। ਇੱਕ ਗੱਡੀ ਮੈਂ ਸਹੇੜੀ ਫੜੀ, ਪਰ ਮੈਨੂੰ ਕੀ ਮੈਂ ਉਹਦੇ 'ਚ ਹੈ ਮੈਨੂੰ ਸਜ਼ਾ ਮਿਲੀ, ਮੈਂ ਅੱਜ ਤੱਕ ਤਰੀਕਾਂ ਭੁਗਤਦਾ, ਮੈਨੂੰ ਸੰਮਣ ਆਉਨੇ ਆ, ਮੈਂ ਤਰੀਕਾਂ ਭੁਗਤਦਾ। ਪਿੱਛੇ ਮੈਂ ਮੋਹਾਲੀ ਤਰੀਕ ਭੁਗਤੀ ਹੈ। ਮੇਰਾ ਕਹਿਣ ਦਾ ਮਤਲਬ ਪਰ ਅਸੀਂ ਇੱਕਣ ਖਹਿੜਾ ਨਹੀਂ ਛੱਡਾਂਗੇ। ਮੈਨੂੰ ਇੱਦਾਂ ਦੇ ਭਰਾਵਾਂ ਦਾ ਮੈਨੂੰ ਸਹਾਰਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਜੇ ਸਾਰੇ ਲੋਕ ਥਲੀ ਸਾਹਿਬ ਅਵੇਅਰ ਹੋ ਜਾਣ, ਬੁਰਾਈ ਦੇ ਖਿਲਾਫ ਹਿੱਕ ਖਿਡਾ ਕੇ ਖੜ ਜਾਣ, ਤਾਂ ਜੁਰਤ ਨਹੀਂ ਹੈ ਇਹਨਾਂ ਦੀ, ਅਸੀਂ ਨੂੰ ਨੱਥ ਪਾ ਲਾਂਗੇ। ਪਰ ਇੰਨਾ ਪਿਓਰ ਦੁੱਧ ਤੇ ਪਨੀਰ ਹੈ ਜੀ ਵੀ ਜਿੰਨੀ ਖਪਤ ਹੈ ਉਹ ਕਹਿੰਦੇ ਪੂਰਾ ਹੀ ਨਹੀਂ ਹੋ ਸਕਦਾ ਜੀ। ਨਹੀਂ ਹੋ ਸਕਦਾ ਜੀ ਪੂਰਾ। ਤੁਸੀਂ ਮੈਨੂੰ ਦੱਸੋ 304 ਰੁਪਏ ਕਿਲੋ ਥੋੜਾ ਵੇਰਕਾ ਦਾ ਪਨੀਰ ਹੈ, 150 ਰੁਪਏ ਕਿਲੋ ਬਾਜ਼ਾਰ 'ਚ ਪਨੀਰ ਵਿਕਦਾ ਹੈ। ਵੇਰਕਾ ਕੋਲ ਦੁੱਧ ਨਹੀਂ ਹੈ ਪੂਰਾ ਕਰਨੇ ਨੂੰ, ਉੱਥੇ ਢੋਲਾਂ ਦੇ ਢੋਲ ਭਰੇ ਆਉਣੇ ਆ ਦੁੱਧ ਦੇ, ਕਿੱਥੋਂ ਆਉਣੇ ਆ? ਜਿਹੜਾ ਸਾਡਾ ਜੀ ਹੈਲਥ ਡਿਪਾਰਟਮੈਂਟ ਹੈ, ਜਿਨ੍ਹਾਂ ਕੋਲ ਪਾਵਰ ਹੈ, ਉਹ ਸਾਰੀ ਜੀ ਮਿਲੀ ਭੁਗਤ ਸਾਰੀ ਮਹੀਨੇ ਤੈਅ ਹੋਏ ਵੇ ਹੈ। ਗੱਲ ਖਤਮ ਹੋ ਗਿਆ। ਸਾਡੇ 'ਚ ਬੰਦੇ ਨੇ ਮੰਤਰੀ ਕੋਈ ਗੱਲ ਕਰੀ ਵੀ ਉਹ ਕਿਸੇ ਜਗ੍ਹਾ ਬਰਫੀ ਲੈ ਲਈ, ਉਹ ਬਰਫੀ ਲੈ ਕੇ ਜੀ ਖਰੜ ਲੈਬੋਰਟਰੀ ਹੈ ਚੈੱਕ ਕਰਾਉਣ ਆ ਗਿਆ, ਤਾਂ ਉਹ ਜਵਾਬ ਦੇ ਤਾਂ ਕਹਿੰਦੇ ਜੀ ਬਿੱਲ ਲਿਆਓ ਅਸੀਂ ਫਿਰ ਚੈੱਕ ਕਰਾਂਗੇ। ਇੱਕ ਅੱਧਾ ਕਿਲੋ ਬਰਫੀ ਮੈਂ ਲੈ ਕੇ ਜਾਂਦਾ, ਮੈਂ ਸੋਚਦਾ ਵੀ ਇਹਦੇ 'ਚ ਅਡਲਟ੍ਰੇਸ਼ਨ ਨਾ ਹੋਵੇ, ਜੋ ਮਿਲਾਵਟ ਨਾ ਹੋਵੇ, ਵੀ ਮੈਂ ਲੈਬੋਰਟਰੀ ਚੈੱਕ ਕਰਾ ਲਵਾਂ। ਉਹ ਚੈੱਕ ਨਹੀਂ ਕਰਦੇ। ਨਹੀਂ ਜੀ ਕਿਉਂ ਬਿੱਲ ਕਿਉਂ ਮੰਗਦੇ ਜੀ? ਉਹ ਬਿੱਲ ਮੰਗਦੇ ਨੇ ਵੀ ਤਾਂ ਕਿ ਕਹਾਂ ਕੱਲ ਨੂੰ ਜੇ ਕੋਰਟ ਕੇਸ ਹੋਊਗਾ ਹੋਰ ਹੋਊਗਾ, ਪਰ ਉਹ ਸਾਰੇ ਤਾਂ ਬਿੱਲ ਲੈਣੇ ਵਾਲੇ ਨਹੀਂ ਜੀ, ਸਾਰੇ ਤਾਂ ਬਿੱਲ ਲੈਣੇ ਵਾਲੇ ਨਹੀਂ ਜੀ। ਆਹ ਤਾਂ ਕੋਈ ਜਾਗਰਤੀ ਹੋਵੇ, ਜਸਟ ਅਸੀਂ ਆਪਣੇ ਘਰ ਵਾਸਤੇ ਲੈਣੀ ਹੈ, ਨਾਰਮਲੀ ਸਾਡਾ ਸੁਭਾਅ ਹੈ, ਅਸੀਂ ਲੈ ਲੈਂਦੇ ਹਾਂ। ਮੇਰਾ ਮਨ ਬਣਦਾ ਮੈਂ ਸਵੇਰੇ ਜਾ ਕੇ ਚੈੱਕ ਕਰਾ ਲਾਂ ਵੀ ਕਿਆ ਯਾਰ ਬਰਫੀ ਵਾਕਈ ਘਰ ਠੀਕ ਹੈ। ਉਹ ਕਹਿੰਦੇ ਨਾ ਜੀ ਅਸੀਂ ਨਹੀਂ ਕਰਦੇ। ਕੀ ਦਿੱਕਤ ਹੈ ਜੀ? ਕੀ ਦਿੱਕਤ ਹੈ? ਤੂੰ ਭਾਵੇਂ ਥੋੜ੍ਹੀ ਬਹੁਤੀ ਫੀਸ ਰੱਖ ਦੇਣ, ਸਾਨੂੰ ਕੀ ਇਤਰਾਜ਼ ਹੈ? ਫੀਸ ਰੱਖ ਦੇਣ, ਉਹਨਾਂ ਨੂੰ ਜਿਹੜਾ ਬੰਦਾ ਆਵੇ ਉਹ ਚੈੱਕ ਕਰਨੀ ਚਾਹੀਦੀ ਹੈ। ਘੱਟੋ ਘੱਟ ਜੇ ਉਹ ਚੈੱਕ ਹੋ ਜੂਗੀ ਤਾਂ ਉਹ ਬੰਦਾ ਉਹ ਦੁਕਾਨਦਾਰ ਨੂੰ ਤਾਂ ਜਾ ਕੇ ਕਹੂਗਾ ਨਾ ਤੇਰੀ ਬਰਫੀ 'ਚ ਮਿਲਾਵਟ ਹੈ ਬਈ, ਤਾਂ ਡਰ ਤਾਂ ਪੈਦਾ ਹੋਊਗਾ। ਜੇ ਹੁਣ ਇਹ ਹੈਗਾ ਵੀ ਉਹ ਜੀ ਮੈਂ ਅਸੀਂ ਨਹੀਂ ਚੈੱਕ ਕਰਨੀ, ਕੀ ਕਰਾਂਗੇ? ਤੁਸੀਂ ਦੱਸੋ ਮੈਨੂੰ ਗੱਲ। ਇੱਕ ਲੈਬ ਹੈ ਜੀ ਤੁਹਾਡੇ ਕੋਲ ਖਰੜ, ਉਹ ਪਿੱਛੇ ਇਹ ਗੱਲ ਵੀ CM ਸਾਹਿਬ ਨੂੰ ਕਹੀ ਉੱਥੇ, ਉਹ ਲੈਬ ਦੇ ਵਿੱਚ ਇਹ ਸੀਗਾ ਵੀ ਜੇ ਸੈਂਪਲ ਪਾਸ ਕਰਾਉਣਾ ਹੈ ਤਾਂ 5000 ਰੁਪਈਆ, ਜੇ ਤੁਸੀਂ ਫੇਲ ਕਰਾਉਣਾ ਤਾਂ 5000 ਰੁਪਈਆ। ਹੁਣ 25000 ਹੋ ਗਿਆ ਜੀ ਉਹਦਾ। ਫਿਰ ਗੱਲ ਦੇਖੋ ਜੀ, ਤੁਸੀਂ ਗੱਲ ਮਾਨ ਸਾਹਿਬ ਦੀ ਨੱਕ ਹੇਠ ਵੀ ਚੱਲੀ ਜਾਂਦਾ ਫਿਰ ਕੰਮ। ਇਹ ਤਾਂ ਬੜੇ ਪੁਰਾਣੀ ਗੱਲਾਂ ਦੱਸੀਆਂ ਉਹਨਾਂ ਨੂੰ। ਅੱਜ ਅਸੀਂ ਮੀਟਿੰਗ ਦੱਸਿਆ ਵੀ ਆਹ ਕੁਝ ਹੁੰਦਾ ਰਿਹਾ, ਇਹ ਕੁਝ ਹੁੰਦਾ ਰਿਹਾ। ਮਾਨ ਸਾਹਿਬ ਦਾ ਇੱਕ ਬੜਾ ਉਹ ਚੰਗੀ ਵੀ ਲੱਗੀ ਗੱਲ, ਉਹਨਾਂ ਦਾ ਬੜਾ ਦ੍ਰਿੜ ਇਰਾਦਾ ਸੀ ਵੀ ਮੈਂ ਇਹਦੇ ਸਖਤੀ ਨਾਲ ਖਿਲਾਫ ਹਾਂ, ਵੀ ਇਹਨੂੰ ਬੰਦ ਕਰਕੇ ਛੱਡਣਾ ਹੈ, ਤੁਸੀਂ ਮੈਨੂੰ ਸਹਿਯੋਗ ਦਿਓ। ਇਹ ਬਿਲਕੁਲ ਉਹਦਾ ਸਾਫ਼ ਸੀਗਾ। ਅਫਸਰ ਹੀ ਬੈਠੇ ਸੀਗੇ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ, ਜੇ ਕੋਈ ਇੱਦਾਂ ਦਾ ਕੇਸ ਆਉਂਦਾ ਉਹਨੂੰ ਸਖਤੀ ਨਾਲ ਖਤਮ ਕਰਨਾ। ਮੰਗਾਂ ਮੰਨਣ ਤੋਂ ਬਾਅਦ ਕੈਪਟਨ ਸਾਹਿਬ ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੇ ਰਹੇ ਆ। ਮਾਨ ਸਾਹਿਬ ਨੇ ਕੋਈ ਖਿਲਾ ਕੇ ਭੇਜੀ ਜੀ? ਨਹੀਂ, ਉਹ ਦੇਖੋ ਇਹ ਗੱਲਾਂ ਇਹ ਤਾਂ ਜੀ ਐਵੇਂ, ਦੇਖੋ ਮੇਰੀ ਸੁਣੋ ਗੱਲ। ਜੇ ਅੱਜ ਉਹ ਸਾਡੇ ਮੁਤਾਬਕ ਅਸੀਂ 10 ਰੁਪਏ ਕਿਲੋ ਰੇਟ ਮੰਗਦੇ, 10 ਰੁਪਏ ਪ੍ਰਤੀ ਲੀਟਰ ਮੰਗਦੇ ਸੀ, ਸਾਨੂੰ 8 ਰੁਪਏ ਦੇ ਦਿੰਦੇ। ਸਾਡੀ ਗਾਂ ਦਾ ਮੁਆਵਜ਼ਾ ਸਾਨੂੰ 80000 ਰੁਪਏ ਦਿੰਦੇ। ਥਲੀ ਸਾਹਿਬ ਜੇ ਅਸੀਂ ਲੱਡੂ ਦਾ ਮੂੰਹ ਮਿੱਠਾ ਕਰਾ ਦੇਂਗੇ, ਅਸੀਂ ਭਾਈਚਾਰਕ ਕਿਸਾਨ ਤਾਂ ਤੋੜਦੇ ਨਹੀਂ। ਪਰ ਕਹਿਣ ਦਾ ਮਸਲਾ, ਇਹ ਗੱਲਾਂ ਬੜੀਆਂ ਛੋਟੀਆਂ, ਸਾਨੂੰ ਵੱਡੇ ਦਿਲ ਨਾਲ। ਹਾਂ, ਸਾਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ ਲੋਕ ਸਾਡੇ ਪਿੱਛੇ ਲੜਦੇ ਹੈ ਤਾਂ ਉਹਨਾਂ ਦੀ ਵਫਾਦਾਰੀ ਕਿਆ ਕਹਿੰਦੀ ਹੈ। ਬਹੁਤ ਜ਼ਿਆਦਾ ਖੁਸ਼ ਨਹੀਂ, ਸੈਟੀਸਫਾਈ ਹੋ ਕੇ ਆਏ ਹੋ? ਅਸੀਂ ਬਿਲਕੁਲ ਅਸੀਂ ਇਹ ਹੈਗਾ ਵੀ ਅਸੀਂ ਜਿਹੜਾ ਇੱਥੇ ਤੇ ਥੋੜ੍ਹੀ ਬਹੁਤ ਅਸੀਂ ਇਹਦੀ ਪ੍ਰਾਪਤੀ ਕੀਤੀ ਹੈ। ਸਾਨੂੰ ਇਹ ਹੈ ਵੀ ਜੇ ਉਹ ਸਾਡੀਆਂ ਅਗਲੀਆਂ ਮੰਗਾਂ ਤੇ ਉਹ ਗੰਭੀਰਤਾ ਨਾਲ ਬਿਆਨ ਕਰਦੇ ਨੇ ਦੈਨ ਠੀਕ ਹੈ, ਨਹੀਂ ਅਦਰਵਾਈਜ਼ ਹਾਲੇ ਸਾਡਾ ਮਨ ਉੱਥੇ ਨਹੀਂ ਜਿੱਥੇ ਹੋਣਾ ਚਾਹੀਦਾ। ਲਾਸਟ ਸਵਾਲ ਹੈ ਜੀ। PDF ਦਾਅਵਾ ਕਰਦਾ ਵੀ ਅਸੀਂ ਇਹ ਮੰਗਾਂ ਰੱਖੀਆਂ ਸੀਗੀਆਂ, ਅਸੀਂ ਲਗਾਇਆ ਸੀ ਵੀ ਸਾਡੀ ਵਿੱਚ ਕੇ ਕਿਸਾਨਾਂ ਨੇ ਕ੍ਰੈਡਿਟ ਦੀ ਗੱਲ ਚੱਲ ਜਾਂਦੀ ਹੈ ਜੀ, ਵੀ ਕ੍ਰੈਡਿਟ ਲੈਣ ਨੂੰ ਫਿਰ ਯੂਨੀਅਨ ਵੀ ਆ ਗਈਆਂ ਜਾਂ PLFA ਵੀ ਆ ਗਈ, ਕਿਵੇਂ ਵੇਖਦੇ ਇਹਨੂੰ? ਮੈਨੂੰ ਐਂ ਦੱਸੋ ਜੀ ਇੱਕ ਮਿੰਟ, ਐਡਾ ਵੱਡਾ ਪੰਜਾਬ ਹੈ, ਜੇ ਉਹਨਾਂ ਨੇ ਕਰਿਆ ਅਸੀਂ ਉਹਦੇ 'ਚ ਯੋਗਦਾਨ ਪਾਤਾ, ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਵਿਰੋਧ ਕਰਨਾ ਚਾਹੀਦਾ? ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਨਾਲ ਚੱਲਣ ਨੂੰ ਤਿਆਰ ਹੈ, ਉਹਨਾਂ ਨੇ ਰਿਫਿਊਜ਼ ਕੀਤਾ ਵੀ ਅਸੀਂ ਇਕੱਲਿਆਂ ਨੇ ਮੀਟਿੰਗ ਕਰਨੀ ਹੈ। ਸਰ ਬਲਵੀਰ ਸਿੰਘ ਰਾਜੇਵਾਲ ਨੂੰ ਸੁਨੇਹਾ ਦਿੱਤਾ ਹੈ ਵੀ ਅਸੀਂ ਇਕੱਲਿਆਂ ਨੇ ਮੀਟਿੰਗ ਕਰਨੀ, ਅਸੀਂ ਨਾਲ ਨਹੀਂ ਮੀਟਿੰਗ। ਅਸੀਂ ਤਾਂ ਇਹ ਸੋਚ ਕੇ ਨਹੀਂ ਚੱਲੇ ਨਾ, ਅਸੀਂ ਕੱਲ੍ਹ ਨੂੰ ਸਾਡਾ ਕਿੱਤਾ ਇੱਕ ਹੈ, ਸਾਡਾ ਕੰਮ ਇੱਕ ਹੈ, ਤਾਂ ਅਸੀਂ ਜੇ ਇੱਦਾਂ ਕਰਨ ਲੱਗਾਂਗੇ ਤਾਂ ਉਹ ਚਲੋ ਇਹ ਹੁਣ ਕਿਤੇ ਫੇਰ ਗੱਲਾਂ ਕਰਾਂਗੇ ਆਪਾਂ, ਛੱਡੀਏ। ਬਹੁਤ ਧੰਨਵਾਦ ਜੀ। ਸੋ ਇਹ ਸੀ ਪਰਮਿੰਦਰ ਸਿੰਘ ਚਲਾਕੀ ਜੀ, ਜਿਨ੍ਹਾਂ ਦੇ ਵੱਲੋਂ
ਮਾਨ ਸਾਹਿਬ ਹੋਰਾਂ ਦੇ ਨਾਲ ਸੀਐਮ ਸਾਹਿਬ ਦੇ ਨਾਲ ਮੀਟਿੰਗ ਕੀਤੀ ਗਈ ਹੈ ਔਰ ਬਹੁਤ ਪੋਜ਼ਿਟਿਵ ਵੇ ਦੇ ਵਿੱਚ ਮੀਟਿੰਗ ਹੋਈ ਹੈ ਔਰ ਕਿਸਾਨਾਂ ਦੀਆਂ, ਦੁੱਧ ਉਤਪਾਦਕਾਂ ਦੀਆਂ, ਜ਼ਿਮੀਂਦਾਰਾਂ ਦੀਆਂ ਮੰਗਾਂ ਲਗਭਗ ਮੰਨ ਲਈਆਂ ਗਈਆਂ ਨੇ। ਪਰ ਹੁਣ ਵੇਖਣਾ ਹੋਊਗਾ ਵੀ ਜਿਵੇਂ ਪਹਿਲਾਂ ਵੀ ਮੰਗਾਂ ਕਈ ਵਾਰ ਮੰਨ ਲਈਆਂ ਜਾਂਦੀਆਂ ਨੇ ਪਰ ਬਾਅਦ ਦੇ ਵਿੱਚ ਫੇਰ ਆ ਜਾਂਦੇ ਵੀ ਲਾਗੂ ਨੂੰ ਕੀਤੀਆਂ ਜੀ, ਸਰਕਾਰ ਮੁੱਕਰ ਗਈ ਹੈ, ਕਿਤੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਪਰ ਇਹਨਾਂ ਨੇ ਕਿਹਾ ਵੀ ਲਾਗੂ ਕਰਨ ਦਾ ਜਿਹੜੇ ਆਰਡਰ ਹੈਗੇ ਆ ਕਰ ਦਿੱਤੇ ਗਏ ਨੇ ਔਰ ਬਹੁਤ ਜਲਦੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਔਰ ਦੁੱਧ ਉਤਪਾਦਕਾਂ ਦੇ ਖਾਤਿਆਂ ਦੇ ਵਿੱਚ 3.5 ਰੁਪਏ ਦੇ ਹਿਸਾਬ ਦੇ ਨਾਲ ਏਰੀਅਰ ਵੀ 15 ਸਤੰਬਰ ਤੱਕ ਜਿਹੜਾ ਹੈਗਾ ਆ ਜਾਵੇਗਾ। ਮਾਨ ਸਾਹਿਬ ਦੇ ਵੱਲੋਂ ਉਹਨਾਂ ਨਾਲ ਵਾਅਦਾ ਕੀਤਾ ਗਿਆ। ਸੋ ਹੋਰ ਮੰਗਾਂ ਦੇ ਉੱਤੇ ਵੀ ਜਿਹੜਾ ਹੈਗਾ ਇਹ ਸਹਿਮਤੀ ਦੁੱਧ ਉਤਪਾਦਕਾਂ, ਕਿਸਾਨਾਂ ਅਤੇ ਸਰਕਾਰ ਦੀ ਬਣੀ ਹੈ। ਸਿਮਰਨਜੀਤ ਸਿੰਘ ਢਿੱਲੋਂ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।